ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਸੁਪਰੀਮ ਕੋਰਟ ਦੇ ਹਰਿਆਣਾ ਗੁਰਦੁਆਰਾ ਐਕਟ 2014 ਦੇ ਉੱਤੇ ਦਿੱਤੇ ਗਏ ਫੈਸਲੇ ਤੋਂ ਬਾਅਦ ਪੰਥਕ ਸਿਆਸਤ ਖੂਬ ਭਖੀ ਹੋਈ ਹੈ। ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਇਸ ਨੂੰ ਬਹੁਤ ਵੱਡਾ ਸਿੱਖਾਂ ਦੇ ਉੱਤੇ ਹਮਲਾ ਦੱਸ ਰਹੇ ਨੇ। ਅੱਜ ਅਸੀਂ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਬਹੁਤ ਖਾਸ ਮਹਿਮਾਨ ਇਸ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਮੈਂ ਸਵਾਗਤ ਕਰਦਾ ਸਭ ਤੋਂ ਪਹਿਲਾਂ ਅੱਜ ਸਾਡੇ ਨਾਲ ਜਿਹੜੇ ਮਹਿਮਾਨ ਜੁੜ ਰਹੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਜੀ। ਧਾਮੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਸਾਡੇ ਸਹਿਯੋਗੀ ਵਿਜੇਪਾਲ ਬਰਾੜ ਹੋਣਗੇ। ਧੰਨਵਾਦ ਗੌਰਵ। ਤਾਂ ਅੱਜ ਧਾਮੀ ਸਾਹਿਬ ਦੇ ਨਾਲ ਕਾਫੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਹੋਣਗੀਆਂ, ਕਿਉਂਕਿ ਅੱਜ ਹੀ ਇਹਨਾਂ ਨੇ ਬਿਆਨ ਦਿੱਤਾ ਹੈ ਕਿ ਇਹ ਇੱਕ ਆਪਰੇਸ਼ਨ ਬਲੂ ਸਟਾਰ ਤੋਂ ਵੀ ਵੱਡਾ ਹਮਲਾ ਹੈ ਇਸ ਵੇਲੇ ਸਿੱਖ ਪੰਥ ਤੇ। ਧਾਮੀ ਸਾਹਿਬ, ਬੜਾ ਸਿੱਧਾ ਸਵਾਲ ਹੈ, ਕਿਉਂ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਸਿਰਫ ਇੱਕ ਕਮੇਟੀ ਬਣਾਉਣੀ ਐਡਾ ਵੱਡਾ ਅਟੈਕ ਹੋ ਗਿਆ, ਤੁਸੀਂ ਉਹਨੂੰ ਆਪਰੇਸ਼ਨ ਬਲੂ ਸਟਾਰ ਨਾਲ ਕੰਪੇਅਰ ਕਰਤਾ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 20 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਬਣਾਈ ਬੜੀ ਮਿਹਨਤ ਕਰਕੇ ਜੀ, ਜਿਹਦਾ ਐਕਟ 1925 ਚ ਬਣਿਆ ਜੀ, ਔਰ 1925 ਦੇ ਵਿੱਚ ਇਸ ਐਕਟ ਦਾ ਜਿਹੜਾ ਉਹ ਪਹਿਲਾ ਪੰਜਾਬ ਸੀ ਜਿਹਦੇ ਵਿੱਚ ਪਾਕਿਸਤਾਨ ਸੀ, ਜਿਹਦੇ ਵਿੱਚ ਸਾਰਾ ਹਰਿਆਣਾ ਹਿਮਾਚਲ ਸੀ। ਠੀਕ ਹੈ। ਔਰ ਸਾਡਿਆਂ ਬਜ਼ੁਰਗਾਂ ਨੇ ਇਹ ਸ਼ਿੱਦਤ ਦੇ ਨਾਲ ਮਹਿਸੂਸ ਕੀਤਾ ਕਿ ਪ੍ਰਬੰਧ ਦੇ ਵਿੱਚ, ਕਿਉਂਕਿ ਉਸ ਵੇਲੇ ਦੇ ਜਿਹੜੇ ਮਹੰਤ ਸੀਗੇ ਉਹ ਗੁਰਮਤ ਦੇ ਬਿਲਕੁਲ ਬਰਖਲਾਫ ਮਨਮਤਾਂ ਉੱਥੇ ਕਰਦੇ ਸੀ। ਉਹਨਾਂ ਬਜ਼ੁਰਗਾਂ ਨੇ ਇਹ ਬਣਾ ਕੇ ਸਾਨੂੰ ਬੜਾ ਵੱਡਾ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਜੀ। ਔਰ ਇਹ ਪਾਕਿਸਤਾਨ ਬਣਨ ਤੋਂ ਬਾਅਦ ਸਾਡੇ 72 ਗੁਰਦੁਆਰੇ ਪਾਕਿਸਤਾਨ 'ਚ ਰਹਿ ਗਏ, ਕੁਝ ਬੰਗਲਾਦੇਸ਼ 'ਚ ਰਹਿ ਗਏ। ਉਹ ਤੋਂ ਬਾਅਦ ਫਿਰ ਜਦੋਂ ਪੰਜਾਬ 'ਚ ਆਏ ਆ, ਪੰਜਾਬ ਦੇ ਵਿੱਚ ਵੀ ਸਾਰੇ ਗੁਰਦੁਆਰਾ ਸਾਹਿਬਾਨ, ਕਿਉਂਕਿ ਪੰਜਾਬ ਦਾ ਹਿੱਸਾ ਸੀ ਹਰਿਆਣਾ, ਪੰਜਾਬ ਦਾ ਹਿੱਸਾ ਸੀ ਹਿਮਾਚਲ, ਚੰਡੀਗੜ੍ਹ। ਇੱਥੇ ਸਾਡਾ ਇੱਕ, ਕਿਉਂਕਿ ਸੈਂਟਰਲ ਐਕਟ ਆ, ਇਹ ਸੈਂਟਰਲ ਐਕਟ ਦੇ ਤਹਿਤ ਬਹੁਤ ਕੁਝ ਜਿਹੜਾ ਹੁੰਦਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੌਨਫੀਡੈਂਸ ਲੈ ਕੇ ਹੁੰਦਾ ਸੀ ਜੀ। ਗੁਰਦੁਆਰਾ ਐਕਟ 1925 ਦਾ ਜ਼ਿਕਰ ਕਰ ਰਹੇ ਹਾਂ। 1925 ਦਾ ਜ਼ਿਕਰ ਕਰਦਾ, ਤੇ ਉਹਦੇ ਤਹਿਤ ਹੀ ਸਾਰਾ ਇਹ ਪ੍ਰਬੰਧ ਚੱਲਦਾ ਜੀ। ਉਹਦੇ ਤਹਿਤ ਹੀ ਅੱਜ ਤੱਕ ਇਹ ਪ੍ਰਬੰਧ ਚੱਲਿਆ ਗਿਆ। ਤੇ ਸਿੱਖ ਧਰਮ ਦੀ ਇਹ ਪਰੰਪਰਾ ਰਹੀ ਆ ਵੀ ਚਾਹੇ ਫਾਈਨੈਂਸ਼ੀਅਲ ਲਾਸ ਹੋਵੇ ਉਹਨੂੰ ਵੀ ਬਰਦਾਸ਼ਤ ਕਰ ਲੈਂਦਾ, ਚਾਹੇ ਜਿੰਦਾਂ ਕਹਿ ਲਈਏ ਵੀ ਕਸ਼ਟ ਵੀ ਸਹਾਰ ਲੈਂਦੀਆਂ ਜੀ। ਤੇ ਇਹ ਸਾਰਾ ਕੁਝ ਜਿਹੜਾ ਸੀ ਸਹਾਰਦੇ ਵੀ ਰਹੇ ਤੇ ਸਹਾਰ ਵੀ ਰਹੇ ਆ। ਪਰ ਕਿਉਂਕਿ ਇਹ ਐਕਟ ਸਿੱਖ ਪੰਥ ਦੀ ਇਸ ਜਥੇਬੰਦੀ ਦੀ ਰੂਹ ਆ ਜੀ, ਤੇ ਜਿਹੜੇ ਰੂਹ ਨੂੰ ਤੁਸੀਂ ਕੋਈ ਘਾਇਲ ਕਰ ਦਿਓਗੇ ਤੇ ਨੈਚੁਰਲ ਤੌਰ ਦੇ ਉੱਤੇ ਸਟੇਰ ਜਿਹੜਾ ਉਹਦਾ ਫਟੀਕ ਆਪਣੇ ਸਰੀਰ ਆ ਉਹ ਵੀ ਡੈਮੇਜ ਹੁੰਦਾ। ਤੇ ਮੈਂ ਸਮਝਦਾ ਕਿਉਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਆ ਜਿਹਦੇ ਵਿੱਚ ਬੜਾ ਵੱਡਾ ਪ੍ਰੋਵੀਜ਼ਨ ਸਾਡੇ ਬਜ਼ੁਰਗਾਂ ਨੇ ਰੱਖਿਆ ਸੀ ਜੀ। ਕਿਸੇ ਵੇਲੇ 1959 ਦੇ ਵਿੱਚ ਵੀ ਯਤਨ ਹੋਇਆ ਇਹਦੇ ਵਿੱਚ ਤੋੜ ਫਰੋੜ ਕਰਨ ਦਾ, ਪਰ ਉਦੋਂ ਇੱਕ ਆਪਾਂ ਦੇਖਦੇ ਹਾਂ ਵੀ ਜੋ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਾਸਟਰ ਤਾਰਾ ਸਿੰਘ ਇੱਕ ਪੈਕੇਜ ਹੋਇਆ, ਉਹਦੇ ਵਿੱਚ ਹੋਇਆ ਸੀ ਵੀ ਜਿੱਥੇ ਕਿਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਅਮੈਂਡਮੈਂਟ ਕਰਨੀ ਆ, ਉਹਦੇ ਵਿੱਚ 2/3 ਹਾਊਸ ਦੀ ਮੈਜੋਰਟੀ ਤੋਂ ਪਹਿਲਾਂ ਉਹਦਾ ਮਤਾ ਲਿਆ ਜਾਊਗਾ। ਉਹ ਤੋਂ ਬਾਅਦ ਫਿਰ ਹੋਮ ਮਿਨਿਸਟਰੀ ਜਿਹੜੀ ਪਾਰਲੀਮੈਂਟ ਦੇ ਵਿੱਚ ਲਿਆ ਕੇ ਇਹਨੂੰ ਬਿੱਲ ਆਪਣੇ ਇੱਕ ਐਕਟ ਬਣਾਓ, ਕਾਨੂੰਨ ਬਣਾਊਗੀ। ਸੋ ਇਹ ਕਾਨੂੰਨ ਸਾਡਾ ਜਿਹੜਾ ਸੀ ਇਹ 1925 ਦਾ ਐਕਟ ਐਜ ਇਟ ਇਜ਼ ਚੱਲੀ ਜਾਂਦਾ ਤੇ ਚੱਲ ਰਿਹਾ ਜੀ। ਪਰ 2014 ਦੇ ਵਿੱਚ ਇੱਕ ਸ਼ਰਾਰਤ ਹੋਈ, ਉਹ ਕਾਂਗਰਸ ਤੋਂ ਕੋਈ ਸਾਨੂੰ ਪਹਿਲਾਂ ਤੋਂ ਵੀ ਇਦਾਂ ਦਾ ਰਿਹਾ ਵੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਤੇ ਪਹਿਲਾਂ ਵੀ ਇਸ ਪੱਖ ਦੇ ਵਿੱਚ ਹਮੇਸ਼ਾ ਦਖਲਅੰਦਾਜ਼ੀ ਹੁੰਦੀ ਰਹੀ। ਇਹਨਾਂ ਨੇ ਉਹ ਐਕਟ ਬਣਾ ਦਿੱਤਾ ਜਿਹਦੇ ਉੱਤੇ ਬੜਾ ਵਿਵਾਦ ਚੱਲਿਆ ਜੀ। ਫਿਰ ਸਾਡੇ ਇੱਕ ਹਰਿਆਣੇ ਤੋਂ ਸੁਹਿਰਦ ਸਿੱਖ ਸੀ ਸਰਦਾਰ ਹਰਭਜਨ ਸਿੰਘ ਜੀ, ਉਹਨਾਂ ਨੇ ਇਹਨੂੰ ਚੈਲੰਜ ਕਰ ਦਿੱਤਾ ਹਾਈ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਜੀ। ਪਰ ਬਣਦਾ ਤਾਂ ਇਹ ਸੀ ਵੀ ਸਰਕਾਰ ਉਸੇ ਵੇਲੇ ਇਹਦੇ ਵਿੱਚ ਦਖਲਅੰਦਾਜ਼ੀ ਕਰਦੀ, ਕਿਉਂਕਿ ਐਗਜ਼ੈਕਟਿਵ ਦੀਆਂ ਪਾਵਰਾਂ ਹੁੰਦੀਆਂ। ਇਹ ਬਣਾਇਆ ਵੀ ਐਗਜ਼ੈਕਟਿਵ ਦੇ ਆਪਣੇ ਸਰਕਾਰ ਹਰਿਆਣਾ ਦੇ ਨਹੀਂ ਸੀ ਜੀ, ਤੇ ਸੈਂਟਰ ਸਰਕਾਰ ਨੂੰ ਇਮੀਡੀਏਟਲੀ ਉਹਲੇ ਵਿੱਚ ਇਹਦੇ ਇੰਟਰਪਟ ਹੋਣਾ ਚਾਹੀਦਾ ਸੀ ਵੀ ਇਹ ਐਕਟ ਨਾ ਬਣਾਇਆ ਜਾਵੇ। ਜੇ ਐਕਟ ਪਹਿਲਾਂ ਇਟਸੈਲਫ ਚੱਲੀ ਜਾ ਰਿਹਾ ਖੜਾ ਆ ਤੇ ਫਿਰ ਇਹਦੀ ਲੋੜ ਨਾ ਸੀ। ਪਰ ਸਾਡੇ ਲਈ ਹੁਣ ਅੱਜ ਇੱਕ ਨਵਾਂ ਇਹ ਸਿਸਟਮ ਹੋ ਗਿਆ ਕਿ ਜਿਹੜਾ ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਆਰਗੂ ਹੋਇਆ ਕੇਸ ਜੀ, ਉਹਦੇ ਵਿੱਚ ਅਸੀਂ ਸ਼੍ਰੋਮਣੀ ਕਮੇਟੀ ਤੇ ਜਿਹੜਾ ਸਾਡਾ ਪਟੀਸ਼ਨਰ ਸੀ ਇਸ ਤਾਂ ਇੱਕ ਪਾਸੇ ਆਰਗੂ ਕਰਨਾ ਹੀ ਸੀ। ਹਾਂਜੀ। ਉਹਦੇ ਵਿੱਚ ਦੋ ਸਰਕਾਰਾਂ ਲੜ ਗਈਆਂ, ਇੱਕ ਹਰਿਆਣੇ ਵਾਲੀ ਸਰਕਾਰ ਰਲ ਗਈ ਤੇ ਉਹਦੇ ਵਿੱਚ ਨਾਲ ਪੰਜਾਬ ਦੀ ਸਰਕਾਰ ਰਲ ਗਈ। ਇਟਸੈਲਫ ਉਹਦੇ ਜਿਹੜੀ ਜਜਮੈਂਟ ਆ ਉਹਦੇ ਵਿੱਚ ਵੀ ਦੱਸਿਆ ਗਿਆ ਕਿ ਇਹ ਜਿਹੜੇ ਹਰਿਆਣਾ ਤੇ ਪੰਜਾਬ ਸਟੇਟ ਆ ਇਹਨੇ ਇੱਕ ਤਰਜ਼ ਤੇ ਆਰਗੂ ਕੀਤਾ
ਤੇ ਮੈਂ ਸਮਝਦਾ ਪਹਿਲਾਂ ਤਾਂ ਕਾਂਗਰਸ ਨੇ ਐਕਟ ਬਣਾ ਕੇ ਬੜੀ ਵੱਡੀ ਗਲਤੀ ਕੀਤੀ। ਉਹ ਤੋਂ ਬਾਅਦ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਸਟੇਟ 'ਚ ਵੀ ਆ ਗਈ, ਦਿੱਲੀ 'ਚ ਵੀ ਰਹੀ ਆ ਜੀ, ਉਹਨਾਂ ਨੇ ਵੀ ਇੱਥੇ ਕੋਈ ਗੌਰ ਨਹੀਂ ਕੀਤਾ। ਸਿੱਖ ਸ਼ਕਤੀ ਦਾ ਪੂਰਾ ਜ਼ੋਰ ਲਵਾ ਦਿੱਤਾ। ਤੇ ਉਸ ਤੋਂ ਬਾਅਦ ਹੁਣ ਜਿਹੜੀ ਆਪ ਦੀ ਸਰਕਾਰ ਆਈ ਜੀ, ਮੈਂ ਤੁਹਾਡੇ ਥੋੜੇ ਜਿਹਾ ਧਿਆਨ 'ਚ ਹੋਰ ਵੀ ਲਿਆ ਦਿਆਂ ਕਿ ਜਦੋਂ ਇਹ ਲਿਟੀਗੇਸ਼ਨ ਪੈਂਡਿੰਗ ਸੀ ਸੁਪਰੀਮ ਕੋਰਟ 'ਚ ਜੀ, ਸਾਰੀਆਂ ਸਟੇਟਾਂ ਨੇ ਐਫੀਡੈਵਿਟ ਫਾਈਲ ਕੀਤੇ। ਹਿਮਾਚਲ ਨੇ ਵੀ ਐਫੀਡੈਵਿਟ ਫਾਈਲ ਕੀਤਾ, ਪੰਜਾਬ ਨੇ ਵੀ ਕੀਤਾ, ਹਰਿਆਣਾ ਨੇ ਵੀ ਕੀਤਾ ਤੇ ਯੂਨੀਅਨ ਆਫ ਇੰਡੀਆ ਨੇ ਵੀ ਕੀਤਾ ਜੀ। ਹਿਮਾਚਲ ਨੇ ਵੀ ਕਿਹਾ ਵੀ ਇਹ ਜਿਹੜਾ ਸੈਂਟਰਲ ਐਕਟ ਆ ਇਹਨੂੰ ਤੋੜਿਆ ਨਹੀਂ ਜਾ ਸਕਦਾ, ਇਹ ਐਜ ਇਟ ਇਜ਼ ਰਹੂਗਾ। ਠੀਕ ਹੈ। ਔਰ ਪੰਜਾਬ ਦੀ ਸਰਕਾਰ ਨੇ ਵੀ ਐਫੀਡੈਵਿਟ ਦਿੱਤਾ ਵੀ ਤੋੜਿਆ ਨਹੀਂ ਜਾ ਸਕਦਾ। ਯੂਨੀਅਨ ਆਫ ਇੰਡੀਆ ਨੇ ਵੀ ਕਿਹਾ ਵੀ ਇਹਨੂੰ ਤੋੜਿਆ ਨਹੀਂ ਜਾ ਸਕਦਾ। ਪੰਜਾਬ ਦੀ ਕਿਹੜੀ ਸਰਕਾਰ ਨੇ ਦਿੱਤਾ? ਇਹ ਅਕਾਲੀ ਦਲ ਦੀ ਉਸ ਵੇਲੇ ਸਰਕਾਰ ਸੀ, ਠੀਕ ਹੈ, 2017 ਦੇ ਵਿੱਚ ਜੀ। ਉਹ ਤੋਂ ਬਾਅਦ ਹਰਿਆਣਾ ਸਰਕਾਰ ਨੇ ਦਿੱਤਾ ਐਫੀਡੈਵਿਟ ਵੀ ਇਹਨੂੰ ਤੋੜਿਆ ਜਾ ਸਕਦਾ, ਤਾਂ ਅਸੀਂ ਤਾਂ ਐਕਟ ਵੀ ਬਣਾ ਦਿੱਤਾ। ਠੀਕ ਹੈ। ਤੇ ਫਿਰ 2019 ਵਿੱਚ ਸਰਦਾਰ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜੀ। ਉਹ ਮੇਰੇ ਕੋਲ ਕਾਪੀ ਵੀ ਇੱਥੇ ਪਈ ਹੈ ਐਫੀਡੈਵਿਟ ਦੀ ਜੀ। ਇਹਨਾਂ ਨੇ ਬਿਲਕੁਲ ਉਹਦੇ ਉਲਟ ਐਡੀਸ਼ਨਲ ਐਫੀਡੈਵਿਟ ਇੱਕ ਦੇ ਦਿੱਤਾ ਵੀ ਇਹ ਐਕਟ ਤੋੜਿਆ ਜਾ ਸਕਦਾ ਤੇ ਜਸਟੀਫਾਈਡ ਆ। ਅੱਛਾ। ਉਹ ਐਜ ਇਟ ਜੇ ਚੱਲਦਾ ਰਿਹਾ। ਕਾਂਗਰਸ ਨੇ ਐਕਟ ਬਣਾਇਆ, ਹੁੱਡਾ ਸਰਕਾਰ ਨੇ, ਬੀਜੇਪੀ ਨੇ ਉਹ ਤੇ ਕੋਈ ਗੌਰ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਐਡੀਸ਼ਨਲ ਐਫੀਡੈਵਿਟ ਦੇ ਦਿੱਤਾ। ਤੇ ਅੱਜ ਜਿਹੜੀ ਆਰਗੂ 3-4 ਦਿਨ ਪਹਿਲਾਂ ਹੋਈ, ਉਹ ਇਹ ਆਪ ਵਾਲਿਆਂ ਦੀ ਸਰਕਾਰ ਦਾ ਜਿਹੜੇ ਉੱਥੇ ਵਕੀਲ ਪੇਸ਼ ਹੋਏ ਜੀ, ਉਹਨੇ ਕਿਹਾ ਵੀ ਇਹ ਜਿਹੜਾ ਹਰਿਆਣੇ ਦੀ ਸਟੇਟ ਦੀ ਜਿਹੜੀ ਬਣਾਈ ਨਹੀਂ ਕਮੇਟੀ ਉਹ ਜਸਟੀਫਾਈਡ ਆ। ਤੋ ਇਸ ਕਰਕੇ ਅਸੀਂ ਮਹਿਸੂਸ ਕਰਦੇ ਹਾਂ ਵੀ ਇਹ ਸਿੱਖਾਂ ਦੀ ਸਪੇਟ ਨੂੰ ਹੱਥ ਪਿਆ, ਕਿਉਂਕਿ ਬੜੀ ਕੰਸੋਲੀਡੇਟ ਤੋਂ ਬਾਅਦ ਇਹ ਐਕਟ ਦੇ ਵਿੱਚ ਅਸੀਂ ਫਾਲ ਕਰਦੇ ਸੀ। ਔਰ ਇਹਦਾ ਬਕਾਇਦਾ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਆ ਤੇ ਉਸੇ ਤਰਜ਼ ਤੇ ਸਰਚਾ। ਧਾਮੀ ਸਾਹਿਬ, ਜਦੋਂ ਇਹ ਐਕਟ ਬਣਿਆ 2014 ਦੇ ਵਿੱਚ, ਜੇ ਮੈਂ ਗਲਤ ਨਹੀਂ ਹੈ ਤਾਂ ਜਿੰਨਾ ਚਿਰ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਆ ਉਹਨਾਂ ਚਿਰ ਇਹ ਐਕਟ ਨਹੀਂ ਬਣਿਆ। ਜਦੋਂ ਮੋਦੀ ਸਾਹਿਬ ਸੈਂਟਰ ਦੇ ਵਿੱਚ ਆਏ ਆ ਉਸ ਵੇਲੇ ਐਕਟ ਹੋਣ ਦੇ ਵਿੱਚ ਆਇਆ, ਭਾਵੇਂ ਹਰਿਆਣਾ ਦੀ ਹੁੱਡਾ ਸਰਕਾਰ ਲੈ ਕੇ ਆਈ। ਔਰ ਉਸ ਵੇਲੇ ਤੁਸੀਂ ਭਾਈਵਾਲ ਸੀ ਸਰਕਾਰ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ, ਮੇਰੇ ਕਹਿਣ ਦਾ ਮਤਲਬ ਭਾਈਵਾਲ। ਦੇਖੋ ਕਈ ਗੱਲਾਂ ਜਿਹੜੀਆਂ ਇਹ ਬਿਲਕੁਲ ਠੀਕ ਆ ਵੀ ਮਨਮੋਹਨ ਸਿੰਘ ਉਹਨਾਂ ਦੇ ਵੇਲੇ ਐਕਟ ਨਹੀਂ ਬਣਿਆ ਜੀ। ਉਹ ਤੋਂ ਬਾਅਦ ਜਿਸਲੇ ਹੁੱਡਾ ਸਾਹਿਬ ਨੇ, ਕਿਉਂਕਿ ਸੈਕੰਡ ਟਰਮ ਉਹਨਾਂ ਦੀ ਆ ਗਈ, ਉਹਨਾਂ ਨੂੰ ਵੋਟਾਂ ਦੀ ਲੋੜ ਸੀ, ਉਹਨੇ ਲੋਕਾਂ ਦੇ ਨਾਲ ਵਾਅਦਾ ਕਰ ਲਿਆ ਇਸ ਗੱਲ ਦਾ ਵੀ ਇਹ ਮੈਨੀਫੈਸਟੋ 'ਚ ਪਾਤਾ ਸੀ। ਫਿਰ ਉਹਨੇ ਬਣਾ ਦਿੱਤਾ। ਤੇ ਆਪਣੇ ਤੌਰ ਤੇ ਸਰਕਾਰ ਤਾਂ ਯਤਨ ਕਰਦੀ ਰਹੀ, ਕਿਉਂਕਿ ਮੈਂ ਹੁਣ ਪ੍ਰਧਾਨ ਹੋਣ ਬਣਿਆ, ਪਰ ਮੈਂ ਇਹ ਕਹਿ ਸਕਦਾ ਯਤਨ ਕਰਦੇ ਰਹੇ, ਪਰ ਉਹ ਯਤਨਾਂ ਨੂੰ ਬੂਰ ਨਹੀਂ ਪਿਆ। ਇਹੋ ਹੀ ਕਾਰਨ ਹੈ 3 ਸਾਲ ਤੇ ਰਹੀ ਨਾ ਸਰਕਾਰ ਸਟੇਟ ਦੇ ਵਿੱਚ ਵੀ ਰਹੀ ਆ, ਬਿਲਕੁਲ ਸੈਂਟਰ ਦੇ ਵਿੱਚ ਵੀ ਸੀਗੀ ਜੀ। ਫਿਰ ਜਿਸਲੇ ਨਹੀਂ ਇਹਨਾਂ ਨੇ ਉਹਦੇ ਤੇ ਕੋਈ ਗੌਰ ਕੀਤਾ, ਉਹ ਤੋਂ ਬਾਅਦ ਇਮੀਡੀਏਟਲੀ ਵੀ ਰਸ਼ ਟੂ ਦਾ ਕੋਰਟ। ਹੁਣ ਕੋਰਟ ਦੇ ਵਿੱਚ ਵੀ ਕਈ ਸਵਾਲ ਕਰਦੇ ਆ ਵੀ ਤੁਸੀਂ ਕੋਰਟ ਨੂੰ ਕਿਉਂ ਗਏ? ਫਿਰ ਕੋਰਟ ਹੀ ਜਾਣਾ ਸੀ ਜਾਂ ਤਾਂ ਸਰਕਾਰ ਕਰ ਦਿੰਦੀ। ਤੇ ਇਨ ਬਿਟਵੀਨ ਇਹਨਾਂ ਨਾਲ ਸਾਡੀ ਜਿਹੜੀ ਆ ਗੱਲ ਵੀ ਚੱਲਦੀ ਰਹੀ ਪਈ ਤੇ ਕਰੋ, ਪਰ ਕਿਸੇ ਨੇ ਗੌਰ ਹੀ ਨਹੀਂ ਕੀਤਾ। ਯਾਨੀ ਸਿੱਧਾ ਬੀਜੇਪੀ ਨੇ, ਤੁਹਾਡੇ ਭਾਈਵਾਲਾਂ ਨੇ ਕੋਈ ਮਦਦ ਨਹੀਂ, ਕੋਈ ਮਦਦ ਨਹੀਂ ਕੀਤੀ। ਰਾਦਰ ਮੈਂ ਤਾਂ ਦੇਖਦਾ ਪਿਆ ਜਿਹੜਾ ਕਾਂਗਰਸ ਨੇ ਇਹ ਬੀਜ ਬੀਜਿਆ ਸੀ ਜੀ, ਕਾਂਟਾ ਬੀਜਿਆ, ਉਹ ਅੱਜ ਫੁੱਲ ਬਣਾਇਆ ਤੇ ਇਹਨੂੰ ਪਾਣੀ ਪਾਉਣ ਦੇ ਵਿੱਚ ਇਹ ਜ਼ਿੰਮੇਵਾਰ ਹੈ। ਲੋਕ ਇਹ ਵੀ ਸਮਝਣਾ ਚਾਹੁੰਦੇ ਨੇ ਕਿ ਕਿਵੇਂ ਹੈ। ਇੱਕ ਪਾਸੇ ਡੀਐਸਜੀਐਮਸੀ ਹੈ, ਦਿੱਲੀ ਵਾਸਤੇ ਅਲੱਗ ਹੈ, ਉਸ ਤੋਂ ਬਾਅਦ JNK ਵਾਸਤੇ ਅਲੱਗ ਹੈ, ਬਾਕੀ ਸਟੇਟਾਂ ਦੇ ਵਿੱਚ ਅਲੱਗ ਹੈਗੀਆਂ ਕਮੇਟੀਆਂ। ਤਾਂ ਐਸਜੀਪੀਸੀ ਪਟਨਾ ਸਾਹਿਬ ਹੈ, ਨੰਦੇੜ ਸਾਹਿਬ ਹੈ, ਐਸਜੀਪੀਸੀ ਤੇ ਅਕਾਲੀ ਦਲ ਨੂੰ ਹਰਿਆਣਾ ਦੇ ਵਿੱਚ ਵੱਖ ਗੁਰਦੁਆਰਾ ਕਮੇਟੀ ਬਣਨ ਤੇ ਇੰਨੀ ਜ਼ਿਆਦਾ ਦਿੱਕਤ ਕਿਉਂ ਹੋ ਗਈ? ਦੇਖੋ ਇਹ ਦਿੱਕਤ ਇਸ ਕਰਕੇ ਆ ਜੀ ਕਿ ਜੰਮੂ ਕਸ਼ਮੀਰ ਦੇ ਵਿੱਚ ਕੋਈ ਐਕਟ ਨਹੀਂਗਾ, ਉੱਥੇ ਕੋਈ ਕਮੇਟੀ ਨਹੀਂ ਬਣੀ। ਜਿਹੜੀ ਦਿੱਲੀ ਕਮੇਟੀ ਬਣੀ ਆ, ਕਿਉਂਕਿ ਐਸਜੀਪੀਸੀ ਦੇ ਐਕਟ ਤੋਂ ਇਹ ਵਾਰ ਹੀ ਫਾਲ ਕਰਦੀ ਸੀ। ਇਹਦੇ ਵਿੱਚ ਵੀ ਯੋਗਦਾਨ ਪਿਆ ਅਕਾਲੀ ਸ਼੍ਰੋਮਣੀ ਕਮੇਟੀ ਦਾ ਜਦੋਂ 1973 ਚ ਐਕਟ ਬਣਿਆ। ਤੇ ਸਾਡਾ ਕਿਉਂਕਿ ਪਾਰਟ ਆਫ ਜੁਰਿਸਡਿਕਸ਼ਨ ਸੀ, ਸ਼੍ਰੋਮਣੀ ਕਮੇਟੀ ਦਾ ਹਿੱਸਾ ਸੀ, ਜਿਹੜਾ ਆਲਰੇਡੀ ਪ੍ਰਬੰਧ ਚੱਲ ਰਿਹਾ ਉੱਥੇ ਸਿੱਖਾਂ ਦੇ ਵਿੱਚੋਂ ਨੁਮਾਇੰਦਗੀ ਆਉਂਦੀ ਸੀ। ਤੇ 66 ਤੋਂ ਪਹਿਲਾਂ ਸੀ ਨਹੀਂ, ਜਦੋਂ 66 ਤੋਂ ਬਾਅਦ ਸਟੇਟ ਵੰਡੀਆਂ ਗਈਆਂ, ਜਿਹੜੇ ਤਰਕ ਦਿੱਤੇ ਜਾ ਰਹੇ ਇਸ ਸਮੇਂ ਦਾਦੂਵਾਲ ਹੋਰਾਂ ਦੇ ਵੱਲੋਂ ਜਾਂ ਦੂਜੇ ਜਿਹੜੇ ਹਰਿਆਣਾ ਦੇ ਪ੍ਰਬੰਧਕ ਨੇ, ਉਹ ਕਹਿੰਦੇ ਸਟੇਟ ਵੱਖਰੀ ਹੋਗੀ, ਉੱਥੇ ਦੇ ਕੀ ਹਾਲਾਤ ਨੇ, ਉੱਥੇ ਦੇ ਸਿੱਖ ਕੀ ਸੋਚ ਰਹੇ ਨੇ, ਉਹ ਆਪਣੇ ਪ੍ਰਬੰਧ ਕਿਉਂ ਨਹੀਂ ਕਰ ਸਕਦੇ। ਦੂਜੀ ਗੱਲ ਕਹਿੰਦੇ ਆ ਕਿ ਉੱਥੇ ਵਾਲਾ ਜਿਹੜਾ ਚੜਾਵਾ ਹੋਇਆ ਜਾਂ ਪੈਸਾ ਆਇਆ, ਉਹਦੇ ਨਾਲ ਵੀ ਭੇਦਭਾਵ ਸਾਡੇ ਨਾਲ ਕੀਤਾ ਗਿਆ ਹਰਿਆਣਾ ਵਾਲਿਆਂ ਨਾਲ, ਇਸ ਕਰਕੇ ਜ਼ਰੂਰਤ ਪਈ, ਨਹੀਂ ਤਾਂ ਪੈਣੀ ਹੋਣੀ ਸੀ। ਦੇਖੋ ਜਿਹੜੀ ਤੁਸੀਂ ਕਹਿੰਦੇ ਪਏ ਉਹ ਚੜਾਵੇ ਵਾਲਾ ਮਸਲਾ ਆ ਜੀ, ਉਹ ਚੜਾਵੇ ਦਾ ਕੋਈ ਮਸਲਾ ਨਹੀਂ। ਟੋਟਲ ਬਜਟ ਦੇ ਵਿੱਚੋਂ 6.80% ਹਰਿਆਣੇ ਦੇ ਵਿੱਚੋਂ ਆਉਂਦੇ ਸੀ ਪੈਸੇ ਜੀ। ਉਹ ਤੋਂ ਵੱਧ ਅਸੀਂ ਹਰਿਆਣੇ ਦੇ ਵਿੱਚ ਖਰਚਦੇ ਰਹੇ। ਜਿਆਦਾ ਇਹਨਾਂ ਨੇ ਕਿਹਾ ਵੀ ਸਾਨੂੰ ਜੀ ਤੁਸੀਂ ਸਹੂਲਤਾਂ ਦਿਓ, ਸਾਡੇ ਉੱਤੇ ਪੈਸੇ ਇੱਧਰ ਵੱਧ ਹੋ ਜਾਂਦੇ ਆ। ਤੇ ਮੇਰੇ ਕੋਲ ਪਿਆ ਅਸੀਂ 7 ਤਾਂ ਕਾਲਜ ਉੱਥੇ ਜਿਹੜੇ ਸ਼ੁਰੂ ਕੀਤੇ ਆ। ਮੀਰੀ ਪੀਰੀ ਜਿਹੜਾ ਮੈਡੀਕਲ ਕਾਲਜ ਆ, ਉਹ ਵੀ ਅਸੀਂ ਉੱਥੇ ਸ਼ੁਰੂ ਕੀਤਾ। ਤੇ ਹੁਣ ਅਸੀਂ ਐਤਕੀ ਉਹਨੂੰ ਮੈਡੀਕਲ ਕਾਲਜ ਦੇ ਰੂਪ ਦੇ ਵਿੱਚ ਅਸੀਂ ਐਤਕੀ 100 MBBS ਦੀਆਂ ਸੀਟਾਂ ਲਈ ਅਪਲਾਈ ਕੀਤਾ।
ਤੇ ਨਾਲ ਅਸੀਂ ਨਰਸਿੰਗ ਦਾ ਵੀ ਅਪਲਾਈ ਕੀਤਾ, ਨਾਲ ਬਿਲਡਿੰਗ ਅਧੂਰੀ ਪਈ ਸੀ ਉਹ ਵੀ ਸਾਰਾ ਕੀਤਾ। ਤੇ ਸੈਕੰਡ ਥਿੰਗ ਜਿਹੜੀ ਤੁਸੀਂ ਕਹਿੰਦੇ ਪਏ ਹਰਿਆਣੇ ਦੀ, ਹਰਿਆਣਾ ਤਾਂ ਇਟਸੈਲਫ ਅੱਗੇ ਵੋਟਾਂ ਪੈਂਦੀਆਂ ਸੀ, ਹਰਿਆਣਾ ਸ਼੍ਰੋਮਣੀ ਕਮੇਟੀ ਦਾ ਪਾਰਟ ਸੀ, ਉਹਦੇ ਵਿੱਚ ਕੋਈ ਡਿਕਟੇਟਰਸ਼ਿਪ ਦਾ ਅਸੀਂ ਮੈਂਬਰ ਨਹੀਂ ਸੀ ਲੈਂਦੇ, ਉਹਦੇ ਵਿੱਚ ਚੁਣ ਕੇ 11 ਮੈਂਬਰ ਆਉਂਦੇ ਸੀ ਤੇ ਉਹਦਾ ਆਲਰੇਡੀ ਸਾਡੇ ਐਕਟ ਦਾ ਪਾਰਟ ਸੀ। ਸਾਨੂੰ ਇਸ ਗੱਲ ਦਾ ਨਹੀਂ, ਅਸੀਂ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਸੁਪਰੀਮ ਕਰਦੇ। ਕੋਰਟ 'ਚ ਕਿਉਂ ਤੁਹਾਡੇ ਤਰਕ ਸਟੈਂਡ ਨਹੀਂ ਕਰ ਪਾਏ? ਦੇਖੋ ਸੁਪਰੀਮ ਕੋਰਟ ਦੇ ਵਿੱਚ ਇਸੇ ਗੱਲ ਦਾ ਤਾਂ ਰੌਲਾ ਰਿਹਾ। ਅਸੀਂ ਜਿਹੜੇ ਵਕੀਲ ਕੀਤੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਮੇਰੇ ਕੋਲ ਪਈਆਂ ਉਹਨਾਂ ਦੀਆਂ ਰਿਟਨ ਆਰਗੂਮੈਂਟ ਜਿਹੜੀਆਂ ਦਿੱਤੀਆਂ ਜੀ, ਉਹਨਾਂ ਨੂੰ ਇੱਕ ਦਰਗਨਾਰ ਕਰਕੇ ਇੱਕ ਪਾਸੜ ਸੋਚ ਦੇ ਨਾਲ ਇਹ ਫੈਸਲਾ ਦਿੱਤਾ ਗਿਆ। ਇਸੇ ਕਰਕੇ ਸਾਨੂੰ ਇਹ ਲੱਗਦਾ ਵੀ ਫੈਸਲਾ ਜੁਡੀਸ਼ੀਅਲ ਨਹੀਂਗਾ, ਇਹ ਰਾਜਸੀ ਨੇਤਾਵਾਂ ਨੇ ਜਿੱਦਾਂ ਕਹਿ ਲਈਦਾ ਆਪਾਂ ਜ਼ੋਰ ਦੇ ਨਾਲ ਉਹ ਫੈਸਲਾ ਕਰਵਾਇਆ। ਜੇ ਇਹ ਜ਼ੋਰ ਤਾਂ ਹੁਣ ਜਿਹੜੀ ਤੁਸੀਂ ਆ ਗੱਲ ਕਰਦੇ ਆ ਵੀ ਹਰਿਆਣੇ ਦੇ ਵਿੱਚ ਜਾਂ ਉਧਰਲੇ ਵੱਖਰੇ ਸੀ, ਫਿਰ ਇਹਦੇ ਵਿੱਚ ਦੋ ਪਹਿਲਾਂ ਰੀਆਰਗੇਨਾਈਜੇਸ਼ਨ ਐਕਟ 1966 ਪਹਿਲਾਂ ਉਹ ਤੋਂ 56 ਤੇ 57 ਦਾ ਐਕਟ। ਹੁਣ ਅੱਜ ਵੀ ਟਿਲ ਟੂਡੇ ਕਈ ਸਾਡੇ ਇੰਟਰ ਸਟੇਟ ਜਿਹੜੇ ਆ ਆਪਣੇ ਮੁੱਦੇ ਬੈਠੇ ਆ, ਉਹਨਾਂ ਨੂੰ ਗਵਰਨ ਕੌਣ ਕਰਦਾ? ਉਹ ਸੈਂਟਰ ਹੀ ਗਵਰਨ ਕਰਦਾ ਆ। ਤੇ ਉਹਨਾਂ ਨੇ ਤਾਂ ਇੱਕ ਪਾਰਸ਼ੈਲਿਟੀ ਕਰਕੇ ਇੱਕ ਪਾਸਾ ਹੀ ਖਤਮ ਕਰ ਦਿੱਤਾ ਕਿ ਜੇ ਇੰਟਰ ਸਟੇਟ ਜਾਂ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਅਸੀਂ ਫਾਲ ਕਰਦੇ ਆ, ਅਸੀਂ ਚੰਡੀਗੜ੍ਹ ਦੇ ਵਿੱਚ ਫਾਲ ਕਰਦੇ ਆ, ਤੇ ਇਹਦਾ ਇੱਕ ਸਿਸਟਮ ਆ, ਉਹ ਸਿਸਟਮ ਹੁੰਦਾ ਦੋਏ ਧਿਰਾਂ ਕੰਸੈਂਟ ਦੇਣ, ਫਿਰ ਵੀ ਉਹ ਆਪਣੀ ਮਰਜ਼ੀ ਰੱਖਦੇ ਆ ਸੈਂਟਰ। ਧਾਮੀ ਸਾਹਿਬ ਨੁਕਸਾਨ ਕੀ ਹੈ? ਲੋਕ ਇਹ ਜਾਣਨਾ ਚਾਹੁੰਦੇ ਆ ਕਿ ਜੇ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਤਾਂ ਉਹਦਾ ਨੁਕਸਾਨ ਕੀ ਹੈ? ਦੇਖੋ ਉੱਥੇ ਵੀ ਸਿੱਖ ਹੀ ਉਹਨੂੰ ਦੇਖ ਰਹੇ ਆ, ਉੱਥੇ ਕੋਈ ਐਕਟ ਦੇ ਵਿੱਚ ਇਹ ਤਾਂ ਕਰ ਨਹੀਂ ਦਿੱਤਾ ਗਿਆ ਕਿ ਹੋਰ ਕਿਸੇ ਭਾਈਚਾਰੇ ਦੇ ਲੋਕ ਨੇ। ਹੁਣ ਦਾਦੂਵਾਲ ਸਾਹਿਬ ਕਰਨ, ਝਿੰਡਾ ਜੀ ਕਰਨ, ਜਾਂ ਕੱਲ ਨੂੰ ਕੋਈ ਹੋਰ ਸਿੱਖ ਆਗੂ ਉੱਠ ਕੇ ਉਸ ਦਾ ਪ੍ਰਬੰਧ ਸੰਭਾਲੇ। ਕਿਉਂਕਿ ਇਹਦੇ ਚ ਤਰਕ ਇਹ ਵੀ ਦਿੱਤਾ ਗਿਆ ਧਾਮੀ ਸਾਹਿਬ ਦਿੱਲੀ ਕਮੇਟੀ ਦੇ ਵੱਲੋਂ, ਮਨਜਿੰਦਰ ਸਿਰਸਾ ਹੋਰਾਂ ਵੱਲੋਂ ਜਾਂ ਹਰਮੀਤ ਕਾਲਕਾ ਹੋਰਾਂ ਵੱਲੋਂ, ਕਿ ਵੱਖ-ਵੱਖ ਥਾਵਾਂ ਤੇ ਜਿੰਨੀਆਂ ਕਮੇਟੀਆਂ ਮਜ਼ਬੂਤ ਹੋਣਗੀਆਂ ਆਇਡੈਂਟੀਟੀ ਉਨੀ ਜਿਹੜੀ ਸਿੱਖਾਂ ਦੀ ਆ ਉਹ ਵਧੇਗੀ, ਪਛਾਣ ਫਾਇਦਾ ਹੋਏਗੀ। ਦੇਖੋ ਇਹ ਤਰਕ ਦਿੱਤੇ ਆ ਇਹਨਾਂ ਨੇ ਅੱਗੇ ਉੱਥੇ ਜਿਹੜੀ ਪ੍ਰਬੰਧ ਕਰਦੇ ਅੱਗੇ ਵੀ ਸਿੱਖੇ ਕਰਦੇ ਆ ਜੀ, ਉਹ ਕੋਈ ਹੋਰ ਕੌਮ ਤਾਂ ਕਰ ਨਹੀਂ ਰਹੀ, ਤੇ ਸਿੱਖ ਇੰਡੀਆ ਕੋਰਸ ਆਫ ਲਾਅ ਕਰਦੇ ਆ। ਸਾਡਾ ਇਹ ਮੰਨਣਾ ਆ ਵੀ ਜਿਹੜਾ ਸਿੱਖ ਗੁਰਦੁਆਰਾ ਐਕਟ ਆ ਉਹਨੂੰ ਤੋੜ ਫੋੜ ਕੀਤਾ ਗਿਆ, ਕਿਉਂਕਿ ਅੱਜ ਉੱਥੇ ਤੋੜ ਫੋੜ ਕੀਤੀ ਗਈ ਆ, ਕੱਲ ਨੂੰ ਫਿਰ ਤੁਹਾਨੂੰ ਪ੍ਰਬੰਧ ਸੰਭਾਲਣ ਤੇ ਇਤਰਾਜ਼ ਨਹੀਂ ਹੈ? ਹਾਂ ਨਹੀਂ, ਪ੍ਰਬੰਧ ਦੇਖੋ, ਪ੍ਰਬੰਧ ਤਾਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਸਾਰਥਕ ਨਾਲ ਚਲਾਉਂਦੀ ਸੀ। ਸਾਡਾ ਤਾਂ ਝਗੜਾ ਇਸ ਗੱਲ ਦਾ ਆ ਵੀ ਅੱਜ ਉਹਨੂੰ ਛੋਟਾ ਇਸ ਕਰਕੇ ਕੀਤਾ ਜਾ ਰਿਹਾ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਤੇ ਧਰਮ ਦੇ ਵਿੱਚ ਸਿੱਧਾ ਇੱਕ ਦਖਲਅੰਦਾਜ਼ੀ ਆ। ਅੱਜ ਹਰਿਆਣਾ ਤੋੜਿਆ, ਜੇ ਇਹਨੂੰ ਸਟੇਟ ਤਰਕ ਤੇ ਲੈ ਜਾਾਂਗੇ ਕੱਲ ਨੂੰ ਪੰਜਾਬ ਦੇ ਸਪੁਰਦ ਇਹਨੂੰ ਕਰ ਦਿਆਂਗੇ, ਕੱਲ ਨੂੰ ਕਹਿਣਗੇ ਪੈਪਸੂ ਵੱਖਰਾ ਕਰਤਾ, ਪਰਸੋਂ ਨੂੰ ਕਹਿਣਗੇ ਜੀ ਇਹਨੂੰ ਆਪਾਂ ਦੁਆਬਾ ਵੱਖਰਾ ਕਰਤਾ ਜਾਂ ਇਹਨੂੰ ਮਾਝਾ ਵੱਖਰਾ ਕਰਤਾ। ਸੋ ਸਾਡਾ ਤਰਕ ਇਹ ਆ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਐਕਟ ਪਹਿਲਾਂ ਵੀ ਵੋਟਾਂ ਨਾਲ, ਪਹਿਲਾਂ ਵੀ ਤਾਂ ਸਿੱਖ ਵੋਟਾਂ ਪਾ ਕੇ ਆਉਂਦੇ ਸੀ ਤੇ ਉਹਨਾਂ ਦਾ ਪ੍ਰਬੰਧ ਵੀ ਸਿੱਖ ਕਰਦੇ ਸੀ, ਤੇ ਉਹ ਜਿਹੜੇ ਹੋਣ ਵਾਲੇ ਉਹ ਵੀ ਸਿੱਖ ਹੀ ਆ, ਸਾਨੂੰ ਤਾਂ ਉਹਨਾਂ ਦੇ ਵੀ ਕੋਈ ਤਰਕ ਨਹੀਂ। ਪਰ ਇਹਨੂੰ ਵੱਖਰਾ ਬਣਾਉਣ ਦੇ ਪਿੱਛੇ ਇੱਕ ਮਨਸਾ ਆ ਬਹੁਤ ਵੱਡੀ, ਉਹ ਸਿੱਖ ਭਾਈਚਾਰੇ ਨੂੰ ਵੰਡਣ ਦੀ, ਵੋਟਾਂ ਦੀ ਰਾਜਨੀਤੀ ਆ। ਔਰ ਮੈਨੂੰ ਆਪ ਵੀ ਇਹਦੇ ਵਿੱਚ ਕਹਿਣ ਚ ਨਿਰਸੰਕੋਚ ਕੋਈ ਦੋ ਰਾਮਾ ਨਹੀਂ ਜੀ। ਹਰਿਆਣੇ ਦੇ ਸਿੱਖਾਂ ਨੇ ਵੀ ਜਿਹੜੀਆਂ ਇੰਟਰਵਿਊ ਦਿੱਤੀਆਂ ਉਹਦੇ ਵਿੱਚ ਕਿਹਾ ਵੀ ਅਸੀਂ ਹੁਣ ਆਜ਼ਾਦ ਹੋ ਗਏ ਆ ਤੇ ਅਸੀਂ ਆਪਣਾ ਪੋਲੀਟੀਕਲ ਸਿਸਟਮ ਵੱਖਰਾ ਬਣਾਵਾਂਗੇ। ਤੇ ਧਰਮ ਤੇ ਜਾਂ ਤਾਂ ਕਹੋ ਤੁਸੀਂ ਵੀ ਅਸੀਂ ਤਾਂ ਧਰਮ ਤੇ ਰਾਜਨੀਤੀ ਸਾਡੀ ਇਕੱਠੀ ਆ, ਤੇ ਫਿਰ ਤੁਸੀਂ ਪਹਿਲਾਂ ਵੀ ਤਾਂ ਉੱਥੇ ਵੋਟਾਂ ਪਾਉਣੇ ਹੀ ਆ ਨਾ, ਪਹਿਲਾਂ ਅਕਾਲੀ ਦਲ ਕਿਹੜਾ ਉੱਥੇ ਲੜਦਾ। ਸੋ ਇਸ ਕਰਕੇ ਸਾਡਾ ਤਾਂ ਉੱਥੇ ਆ ਵੀ ਇਹ ਐਕਟ ਜਿਹੜਾ ਅਸੀਂ ਸੈਂਟਰਲ ਐਕਟ ਆ, ਇਹਨੂੰ ਸੈਂਟਰਲ ਐਕਟ ਨੂੰ ਸੈਂਟਰਲ ਐਕਟ ਦੇ ਤੌਰ ਤੇ ਰੱਖਿਆ ਜਾਵੇ। ਹੁਣ ਮੈਂ ਤੁਹਾਡੇ ਤੋਂ ਵੀ ਇੱਕ ਇਸ ਗੱਲ ਦੀ ਮੈਂ ਕਰਾਂ ਵੀ ਹੁਣ ਜੋ ਹਾਲਾਤ ਅੱਜ ਬਣ ਗਏ ਆ ਜੀ, ਅੱਜ ਉੱਥੇ ਹਰਿਆਣੇ ਦੀ ਕਮੇਟੀ ਵੱਖਰੀ ਬਣ ਗਈ ਆ ਜੀ, ਉਹਦੀਆਂ ਸਾਰੀਆਂ ਇਹਨੇ ਵਿਵਸਥਾ ਸ਼ੁਰੂ ਕਰ ਦਿੱਤੀਆਂ ਪ੍ਰਕਿਰਿਆ। ਹਾਂਜੀ, ਅੱਜ ਪੰਜਾਬ ਦੇ ਵਿੱਚ ਵੀ ਚੋਣ ਹੋਣ ਵਾਲੀ ਆ ਜੀ, ਤੇ ਹੁਣ ਉਹ ਚੋਣ ਹਰਿਆਣੇ ਵਾਲੇ ਸਾਡੀ ਕਰਾਉਣਗੇ, ਜਾਂ ਸਾਡੀ ਉਹ ਚੋਣ ਜਿਹੜੇ ਆ ਉਹ ਪੰਜਾਬ ਵਾਲੇ ਕਰਾਉਣਗੇ, ਜਾਂ ਸਾਡੀ ਚੋਣ ਸੈਂਟਰ ਕਰਾਊਗਾ। ਅੱਜ ਦੀ ਡੇਟ ਜਸਟਿਸ ਸਾਰੋਂ ਸਾਹਿਬ ਉਹ ਜਿਹੜੇ ਇਲੈਕਸ਼ਨ ਕਮਿਸ਼ਨ ਨਿਯੁਕਤ ਕੀਤੇ ਉਹ ਤਾਂ ਉਹਨਾਂ ਨੇ ਸੈਂਟਰ ਨੇ ਕੀਤੇ ਆ ਗੁਰਦੁਆਰਾ ਇਲੈਕਸ਼ਨ ਦੇ, ਤੇ ਇਸ ਕਰਕੇ ਇਹ ਸਿਸਟਮ ਸਾਨੂੰ ਲੱਗਦਾ ਵੀ ਡਿਸਟਰਬਟ ਕੀਤਾ ਸਾਰਾ। ਤੁਸੀਂ ਮੈਂ ਫਿਰ ਉਸੇ ਪੁਆਇੰਟ ਤੇ ਆਣਾ, ਤੁਸੀਂ ਕਹਿ ਰਹੇ ਹੋ ਕਿ ਸਟੇਟ ਆਪਣੇ ਬਿਹਾਫ ਦੇ ਉੱਤੇ ਲਾਅ ਨਹੀਂ ਬਣਾ ਸਕਦਾ, ਤੁਸੀਂ ਇਹੀ ਕਹਿ ਰਹੇ ਹੋ। ਫਿਰ ਇੱਕ ਜੇ ਨਹੀਂ ਐਡੀ ਵੱਡੀ ਗੱਲ ਸੀਗੀ, ਆਮ ਤੌਰ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਫੈਡਰਲ ਸਿਸਟਮ ਦੇ ਉੱਤੇ ਬੜੀ ਸੱਟ ਦਾ ਜ਼ਿਕਰ ਹੋ ਰਿਹਾ ਸੀਗਾ ਕਿ ਜਿਹੜੀਆਂ ਸਟੇਟ ਦੇ ਅਧਿਕਾਰ ਆ ਉਹ ਵੱਖਰੇ ਆ ਜੀ, ਸੈਂਟਰ ਦੇ ਵੱਖਰੇ ਆ। ਫਿਰ ਪੁਆਇੰਟ ਘੁੰਮ ਫਿਰ ਕੇ ਉੱਥੇ ਆ ਗਿਆ ਕਿ ਇਹ ਸੁਪਰੀਮ ਕੋਰਟ ਦੇ ਵਿੱਚ ਸਟੈਂਡ ਕਿਉਂ ਨਹੀਂ ਕੀਤਾ? ਤੁਹਾਡੀ ਪ੍ਰੈਸ ਕਾਨਫਰੰਸ ਸੁਣ ਰਹੇ ਸੀ, ਤੁਸੀਂ ਤਾਂ ਜੱਜ ਨੂੰ ਲੈ ਕੇ ਵੀ ਸਵਾਲ ਚੁੱਕ ਦਿੱਤੇ ਕਿ ਉਹ ਆਰਐਸਐਸ ਦੇ ਨਾਲ ਜੁੜੇ ਹੋਏ ਨੇ, ਸੰਘ ਦੇ ਨਾਲ ਜੁੜੇ ਹੋਏ ਨੇ। ਦੇਖੋ ਇਹ ਅੱਜ ਐਗਜ਼ੈਕਟਿਵ ਦੀ ਮੀਟਿੰਗ ਸੀ, ਸਾਰੇ ਮੈਂਬਰ ਹਾਜ਼ਰ ਸੀ ਜੀ। ਇੱਕ ਸਾਡਾ ਸਤਿਕਾਰਤ ਮੈਂਬਰ ਆ ਜਿਹਦੀ ਵਿਚਾਰਧਾਰਾ ਵੱਖਰੀ ਆ, ਪਰ ਉਹ ਵਿੱਚ ਐਗਜ਼ੈਕਟਿਵ ਦੇ ਵਿੱਚ ਵੀ ਆ। ਠੀਕ ਹੈ, ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਸਾਰਿਆਂ ਨੇ ਮਹਿਸੂਸ ਕੀਤਾ। ਦੇਖੋ
ਕਿਉਂਕਿ ਆਪਾਂ ਵੀ ਬੰਦੇ ਮੇਰੇ ਪਿੱਛੇ ਵੀ ਮੇਰਾ ਵੀ ਪਿਛੋਕੜ ਲੋਕ ਦੇਖਦੇ ਆ, ਤੁਹਾਡਾ ਵੀ ਦੇਖਦੇ, ਕਿਸੇ ਹੋਰ ਦਾ ਵੀ ਦੇਖਦੇ ਹੋਣਗੇ। ਜੀ। ਉਹ ਜਿਹੜਾ ਸਰਬਸੰਮਤੀ ਨਾਲ ਮਤਾ ਆਇਆ ਵੀ ਵਨ ਆਫ ਦਾ ਜੱਜਸ ਜਿਹੜਾ ਉਹਨਾਂ ਦੇ ਵਿੱਚੋਂ ਉਹਨਾਂ ਦੀ ਬੈਕਗ੍ਰਾਉਂਡ ਉਹ ਆ, ਤੇ ਸਾਨੂੰ ਇਹ ਮਹਿਸੂਸ ਹੋਇਆ ਵੀ ਜੇ ਹਿਸਾਬ ਦੇ ਨਾਲ ਕਾਹਲੀ ਦੇ ਨਾਲ ਨਹੀਂ ਤਾਂ ਆਮ ਕਰਕੇ ਕੀ ਹੁੰਦਾ, ਇੱਕ ਕਹਾਵਤ ਆ ਜਾਂ ਇੱਕ ਪਿਰਤ ਆ ਵੀ ਜਿੱਲੇ ਕਿਸੇ ਨੇ ਰਿਟਾਇਰ ਹੋਣਾ ਹੋਵੇ ਜੀ, ਉਹ ਫਿਰ ਕੋਈ ਪ੍ਰੈਸਟੀਜ ਜਾਂ ਕੋਈ ਬਕਾਰੀ ਜਿਹੜੇ ਫੈਸਲੇ ਨਹੀਂ ਕਰਦਾ, ਆਮ ਇਹ ਸਿਸਟਮ ਚੱਲਦਾ। ਤੇ ਮੈਂ ਕਹਿ ਸਕਦਾ ਪਿੱਛੇ ਜਿਹੜੇ ਫੈਸਲੇ ਹੋਏ ਆ ਉਹ ਜਿਹੜੇ ਰਿਟਾਇਰਮੈਂਟ ਹੁੰਦੀ ਸੀ ਉਸਲੇ ਹੁੰਦੇ ਸੀ, ਤੇ ਇਸ ਕਰਕੇ ਇਹ ਸਾਨੂੰ ਇਸ ਗੱਲ ਦੀ ਦੁੱਖ ਮਹਿਸੂਸ ਹੋਇਆ ਵੀ ਇਹ ਪੋਲੀਟੀਕਲ ਫੈਸਲਾ ਆ, ਇਹ ਫੈਸਲਾ ਜੁਡੀਸ਼ੀਅਲ ਫੈਸਲਾ ਨਹੀਂਗਾ। ਤੇ ਸਾਡੀ ਸਾਰੀ ਐਗਜ਼ੈਕਟਿਵ ਨੇ ਸਰਬਸੰਮਤੀ ਦੇ ਨਾਲ ਇਹ ਮਹਿਸੂਸ ਕੀਤਾ, ਤੇ ਜਿਸ ਹਿਸਾਬ ਦੇ ਨਾਲ ਸਾਡੀਆਂ ਵਕੀਲਾਂ ਦੇ ਨਾਲ ਬੈਠਕਾਂ ਵੀ ਹੋਈਆਂ, ਵਕੀਲਾਂ ਦੇ ਨਾਲ ਮਸ਼ਵਰੇ ਵੀ ਹੋਏ ਆ, ਕਿਉਂਕਿ ਜੱਜਸ ਨੇ ਫੈਸਲਾ ਦੇਣਾ ਹੁੰਦਾ। ਜੱਜ ਕੋਈ ਮਾਈ ਲਾਰਡ ਉਹਦਾ ਤਾਂ ਅਸੀਂ ਇਹਨਾਂ ਨੂੰ ਕਹਿੰਦੇ ਮਾਈ ਲਾਰਡ, ਰੱਬ ਤੋਂ ਬਾਅਦ ਮਾਈ ਲਾਰਡ ਕਿਸੇ ਮਨੁੱਖ ਨੂੰ ਕਿਹਾ ਜਾਂਦਾ, ਪਰ ਕਈ ਵਕੀਲ ਵੀ ਐਸੇ ਹੁੰਦੇ ਆ ਜਿਹੜੇ ਭਾਵੇਂ ਜੱਜ ਨਹੀਂ ਬਣਦੇ ਪਰ ਉਹਨਾਂ ਦੇ ਮਾਈਂਡ ਵੱਡੇ ਹੁੰਦੇ ਆ। ਅੱਜ ਉਹਨਾਂ ਨਾਲ ਸਾਰਿਆਂ ਨਾਲ ਜਿਹੜੇ ਅਸੀਂ ਹੁਣ ਮਸ਼ਵਰੇ ਕਰਦੇ ਆ, ਉਹ ਕਹਿੰਦੇ ਜੀ ਸਾਡੀ ਤਾਂ ਆਰਗੂਮੈਂਟ ਵੀ ਵਿੱਚ ਜਿਹੜੀ ਰਿਟਨ ਅਸੀਂ ਦਿੱਤੀ ਉਹ ਵੀ ਨਹੀਂ ਵਿੱਚ ਕੀਤੀ, ਉਹਨਾਂ ਨੇ ਲਾ ਸਾਈਟ ਕੀਤੇ ਆ, ਉਹ ਲਾਅ ਨਹੀਂ ਵਿੱਚ ਮੈਂਸ਼ਨ ਕੀਤੇ। ਸੋ ਸਾਡਾ ਕਹਿਣ ਤੋਂ ਭਾਵ ਆ ਇਹ ਸਾਨੂੰ ਮਹਿਸੂਸ ਹੋਇਆ ਇਦਾਂ, ਔਰ ਬਹੁਤਾਤ ਦੇ ਵਿੱਚ ਇਹ ਸਾਰਿਆਂ ਨੇ ਮੈਜੋਰਟੀ ਦੇ ਨਾਲ, ਮੈਜੋਰਟੀ ਨੇ ਸਰਬਸੰਮਤੀ ਦੇ ਨਾਲ ਪਾਇਆ ਵੀ ਜਿਹੜਾ ਇਹ ਬਿਲਕੁਲ ਧੱਕਾ ਹੋਇਆ। ਅੱਛਾ, ਇਹਦੇ ਚ ਧਾਮੀ ਸਾਹਿਬ ਜੇ ਮੈਂ ਸਿੱਧਾ ਸਵਾਲ ਪੁੱਛਾਂ ਤਾਂ ਕੀ ਐਸਜੀਪੀਸੀ ਨੂੰ ਇਹ ਡਰ ਹੈ ਵੀ ਕੱਲ ਨੂੰ ਹੋਰ ਸਟੇਟਾਂ ਦੇ ਵਿੱਚ ਵੀ ਇਸ ਚੀਜ਼ ਦੇ ਰਾਹ ਖੁੱਲਣਗੇ? ਦੇਖੋ ਹੋਰ ਸਟੇਟਾਂ ਦੀ ਮੈਂ ਹੁਣ ਸਾਨੂੰ ਕਿਉਂਕਿ ਨਿਰਸੰਕੋਚ ਹੁਣ ਕਹਿ ਲਈਏ ਜੀ, ਤਖਤ ਹਜੂਰ ਸਾਹਿਬ ਦਾ ਪ੍ਰਬੰਧ ਚੱਲਦਾ ਰਿਹਾ ਜੀ, ਕਿਸੇ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉੱਥੇ ਰਿਪਰੈਜ਼ੈਂਟੇਸ਼ਨ ਹੁੰਦੀ ਸੀ ਬਹੁਤ ਵੱਡੀ, ਠੀਕ ਹੈ, ਕਿਸੇ ਵੇਲੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹਦਾ ਪ੍ਰਧਾਨ ਹੁੰਦਾ ਸੀ ਜੀ। ਉੱਥੇ ਕਿਉਂਕਿ ਮਹਾਰਾਸ਼ਟਰ ਸਰਕਾਰ ਆ, ਉਹਦੇ ਵਿੱਚ ਅੱਜ ਸਾਡਾ ਹਾਲ ਇਹ ਆ ਵੀ ਸਾਡੀ ਉੱਥੇ ਪ੍ਰੋਪਰ ਰਿਪਰੈਜ਼ੈਂਟੇਸ਼ਨ ਜਿਹੜੀ ਹੁੰਦੀ ਸੀ ਬਹੁਤ ਘਟ ਗਈ, ਠੀਕ ਹੈ। ਅੱਜ ਉਹ ਤਖਤ ਦਾ ਜਿਹੜਾ ਪ੍ਰਬੰਧ ਸੀ ਉਹ ਕਮੇਟੀ ਸਸਪੈਂਡ ਕਰਕੇ ਡਾਕਟਰ ਪਸਰੀਜਾ ਚਲੋ ਸਤਿਕਾਰਯੋਗ ਆ, ਪਹਿਲਾਂ ਵੀ ਚਲਾਉਂਦੇ ਰਹੇ ਪ੍ਰਬੰਧ ਜੀ, ਉਹ ਐਡਮਿਨਿਸਟ੍ਰੇਟਰ ਦੇ ਤੌਰ ਦੇ ਉੱਤੇ ਪ੍ਰਬੰਧ ਚਲਾ ਰਿਹਾ, ਕਮੇਟੀ ਹਾਲੇ ਐਜ ਇਟ ਇਜ਼ ਪਈ ਆ, ਠੀਕ ਹੈ, ਪ੍ਰਧਾਨ ਕੋਈ ਨਹੀਂਗਾ। ਇਵੇਂ ਹੀ ਤੁਹਾਡੇ ਜਿਹੜੇ ਤਖਤ ਪਟਨਾ ਸਾਹਿਬ ਆ ਜੀ, ਉਹਦਾ ਵੀ ਤੁਸੀਂ ਪਿੱਛੇ ਦੇਖਿਆ ਹੋਣਾ ਵੀ ਕਿੰਨਾ ਝਗੜਾ ਚੱਲਿਆ, ਕੋਰਟਾਂ 'ਚ ਗਏ, ਹੋਰ ਗਏ। ਇਵੇਂ ਹੀ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਕ ਤਾਂ ਹੁੰਦੀਆਂ ਗੱਲਾਂ ਸੁਣੀਆਂ ਸੁਣਾਈਆਂ, ਇੱਕ ਹੁੰਦੀਆਂ ਵਿੱਚ ਬੈਠ ਕੇ ਦੇਖਣਾ ਜੀ। ਮੈਂ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਸਜੀਪੀਸੀ ਵੱਲੋਂ ਰਿਪਰੈਜ਼ੈਂਟੇਸ਼ਨ ਮੈਨੂੰ ਦਿੱਤੀ ਸੀ, ਪਹਿਲਾਂ ਸਰਸਾ ਸਾਹਿਬ ਨੂੰ ਕੀਤਾ ਸੀ, ਸਰਸਾ ਸਾਹਿਬ ਉਹਨੇ ਕੁਆਲੀਫਾਈ ਨਾ ਕਰ ਸਕੇ, ਫਿਰ ਮੈਂ ਗਿਆ ਉੱਥੇ, ਠੀਕ ਹੈ। ਫਿਰ ਮੈਂ ਵੀ ਉੱਥੇ ਇਲੈਕਸ਼ਨ ਵਾਲੇ ਦਿਨ ਜੋ ਸਿਸਟਮ ਦੇਖਿਆ ਉੱਥੇ, ਮੈਂ ਉਦੋਂ ਵੀ ਕਿਹਾ ਸੀ ਜੀ ਵੀ ਇਹ ਧਰਮ ਜਿਹੜਾ ਆ, ਇਹ ਧਰਮ ਆਪਣੇ ਆਪ ਵਧੀਆ ਫੈਸਲੇ ਕਰਨ ਦੇ ਸਮਰੱਥ ਆ, ਕੋਈ ਐਵੇਂ ਦਾ ਫੈਸਲਾ ਨਾ ਕਰੀਏ ਜਿਹਦੇ ਵਿੱਚ ਇਹ ਬੋ ਆਵੇ ਵੀ ਸਰਕਾਰ ਕਰਵਾ ਰਹੀ ਆ, ਠੀਕ ਹੈ। ਤੇ ਮੈਂ ਉਦਣ ਵੀ ਉੱਥੋਂ ਮੈਂ ਤਾਂ ਛੇਤੀ ਨਿਰਾਸ਼ ਕਰਕੇ ਆ ਗਿਆ ਸੀ, ਉਹ ਵੀ ਸਿੱਧੇ ਮੈਂ ਕਹਿ ਲਵਾਂ ਤੁਹਾਨੂੰ ਸਾਰੀਆਂ ਗਤੀਵਿਧੀਆਂ ਵੀ ਉਹਨਾਂ ਦੀਆਂ ਦੀਦੀਆਂ ਜੀ ਵੀ ਉਹ ਸਿੱਧੀਆਂ ਸੈਂਟਰ ਸਰਕਾਰ ਦੇ ਨਾਲ ਉਹਨਾਂ ਦੀਆਂ ਤਾਰਾਂ ਜੁੜੀਆਂ ਆ। ਔਰ ਅੱਜ ਕੋਈ ਵੀ ਫੰਕਸ਼ਨ ਕੋਈ ਵੀ ਹੋਵੇ, ਕਟਾਕਸ ਤਾਂ ਸਾਡੇ ਤੇ ਕਰਦੇ ਆ, ਪਰ ਉਹ ਉੱਥੇ ਬੈਠੇ ਆ। ਹੁਣ ਹਰਿਆਣੇ ਦੇ ਵਿੱਚ ਸੁਪਰੀਮ ਕੋਰਟ ਦਾ ਜੇ ਫੈਸਲਾ ਮੰਨ ਲਈਏ, ਸਤਿਕਾਰ ਕਿਹਦਾ ਕੀਤਾ ਜਾ ਰਿਹਾ, ਧੰਨਵਾਦ ਕਿਹਦਾ ਕੀਤਾ ਜਾ ਰਿਹਾ? ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਜਾ ਰਿਹਾ, ਧੰਨਵਾਦ ਕੀਤਾ ਜਾ ਰਿਹਾ ਹਰਿਆਣੇ ਦੇ ਚੀਫ ਮਿਨਿਸਟਰ ਦਾ, ਧੰਨਵਾਦ ਕੀਤਾ ਜਾ ਰਿਹਾ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦਾ ਜੀ, ਧੰਨਵਾਦ ਕੀਤਾ ਜਾ ਰਿਹਾ ਅਮਿਤ ਸ਼ਾਹ ਜੀ ਦਾ। ਤੇ ਫੈਸਲਾ ਤਾਂ ਸੁਪਰੀਮ ਕੋਰਟ ਦਾ ਸੀ ਨਾ, ਤੇ ਇਹਦੇ ਜਿਹੜੇ ਗੱਲਾਂ ਇਦਾਂ ਦੀਆਂ ਤੁਸੀਂ ਸੁਣਦੇ ਆ ਤੇ ਪਿੱਛੇ ਮਨਸ਼ਾ ਕੀ ਆ ਵੀ ਸਮਝ ਆ ਜਾਂਦੀ ਬੰਦੇ ਨੂੰ। ਉਹਨਾਂ ਨੇ ਤਾਂ ਚਿੰਡਾ ਸਾਹਿਬ ਦੀ ਤੇ ਦਾਦੂਵਾਲ ਹੋਰਾਂ ਦੀ ਲੜਾਈ ਦੇ ਵਿੱਚ ਕਿਹਾ ਵੀ ਸਰਕਾਰ ਜਿਵੇਂ ਕਹੂਗੀ ਸਾਨੂੰ ਮਨਜ਼ੂਰ ਹੈ, ਜਿਹੜਾ ਪ੍ਰਧਾਨ ਬਣੂਗਾ। ਹਾਂ, ਇਹ ਇਹੋ ਹੀ ਗੱਲਾਂ ਆ, ਜਿਹੜੀ ਸਰਕਾਰ ਆ ਇਹਦੇ ਹੱਥ ਲੰਬੇ ਹੁੰਦੇ ਆ, ਕਈ ਵਾਰੀ ਮੇਰੇ ਵਰਗੇ ਕਮਜ਼ੋਰ ਅਹੁਦੇਦਾਰ ਵੀ ਆ ਜਾਂਦੇ ਆ। ਸੋ ਇਸ ਕਰਕੇ ਸਾਨੂੰ ਇਹ ਖਾਸਾ ਆ, ਸਿੱਖ ਇੰਡੀਪੈਂਡੈਂਟ ਇੱਕ ਹੈਗੀ ਵੱਡੀ ਇਹਦੀ ਪਦਵੀ ਆ, ਉਹਨੂੰ ਕਿਤੇ ਇਹ ਸੱਟ ਮਾਰ ਕੇ ਕਮਜ਼ੋਰ ਨਾ ਕਰ ਦੇਣ। ਫੇਰ ਕੱਲ ਨੂੰ ਜਿਹੜਾ ਸਾਡੇ ਬਜ਼ੁਰਗਾਂ ਨੇ, ਅਸੀਂ ਅੱਜ ਸਾਕੇ ਪੜ੍ਹਦੇ ਆ, ਅੱਜ ਗੁਰੂ ਕੇ ਬਾਗ ਦਾ ਮੋਰਚਾ ਪੜ੍ਹਦੇ ਆ ਜੀ, ਅੱਜ ਆਪਾਂ ਪੰਜਾ ਸਾਹਿਬ ਦੀ ਆਪਣੇ ਲਿਸ਼ਾਨੀ ਸ਼ਖਸੀਅਤ ਪੜ੍ਹਦੇ ਆ, ਤੇ ਕੱਲ ਨੂੰ ਸਾਡੇ ਵੀ ਕਹਿਣਗੇ ਵੀ ਇਹਦਾ ਹੱਥ ਰੱਖ ਕੇ ਬੈਠੇ ਰਹੇ, ਲਓ ਜੀ ਇਹਨਾਂ ਦਾ ਪ੍ਰਬੰਧ। ਸਾਨੂੰ ਪ੍ਰਬੰਧਾਂ ਦਾ ਕੋਈ ਝਗੜਾ ਨਹੀਂ, ਕੋਈ ਦਿੱਕਤ ਨਹੀਂ, ਇਨ ਡਿਊ ਕੋਰਸ ਆਫ ਲਾ ਜੋ ਵੀ ਹੋਊਗਾ ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ। ਤੁਸੀਂ ਪਰ ਇਹ ਆ ਵੀ ਉਹ ਜਿਹੜਾ ਐਕਟ ਜਿਹੜਾ ਤੋੜਿਆ, ਉਹ ਐਕਟ ਨੂੰ ਤੋੜ ਕੇ ਅੱਜ ਛੋਟੇ ਕੀਤਾ ਜਾ ਰਿਹਾ, ਤੇ ਸਾਨੂੰ ਗਾਂ ਖਾਸਾ ਹੈ ਵੀ ਸਿੱਖ ਆਇਡੈਂਟੀਟੀ ਦੇ ਉੱਤੇ ਵੀ ਹਮਲੇ ਹੋਣਗੇ। ਤੁਸੀਂ ਕਹਿ ਰਹੇ ਹੋ ਕਿ ਡੀਐਸਜੀਐਮਸੀ ਦੇ ਵਿੱਚ ਇਸ ਸਮੇਂ ਜੋ ਹੈਗੇ ਉਹਨਾਂ ਦੀਆਂ ਤਾਰਾਂ ਸੈਂਟਰ ਨਾਲ ਜੁੜਦੀਆਂ, ਉਹ ਕਹਿੰਦੇ ਕਿ ਐਸਜੀਪੀਸੀ ਵਾਲਿਆਂ ਦੀ ਅਕਾਲੀ ਦਲ ਦੇ ਨਾਲ ਜੁੜਦੀਆਂ, ਉਹ ਇਹ ਵੀ ਕਹਿੰਦੇ ਕਿ ਅਕਾਲੀ ਦਲ ਸਿਆਸੀ ਤੌਰ ਤੇ ਇੰਨਾ ਕਮਜ਼ੋਰ ਹੋਇਆ ਹੈ ਤੇ ਇਸ ਵਜ੍ਹਾ ਨਾਲ ਜ਼ਿਆਦਾ ਦਿੱਕਤ ਹੋ ਰਹੀ ਹੈ, ਉਹਨਾਂ ਨੂੰ ਲੱਗ ਰਿਹਾ ਕਿ ਐਸਜੀਪੀਸੀ ਸਾਡੇ ਹੱਥੋਂ ਨਾ ਚਲੀ ਜਾਵੇ। ਦੇਖੋ, ਸ਼੍ਰੋਮਣੀ ਅਕਾਲੀ ਦਲ, ਮੈਂ ਪਹਿਲਾਂ ਤੁਹਾਨੂੰ ਵੀ ਬੇਨਤੀ ਕਰਾਂ, ਉਹਨਾਂ ਨੂੰ ਵੀ ਕਰਾਂ ਜੀ,
ਵੀ ਉਹ ਵੀ ਜਿਹੜੇ ਦਿੱਲੀ ਦੇ ਵਿੱਚ ਬਣੇ ਉਹ ਵੀ ਅਕਾਲੀ ਦਲ ਦੀ ਕਮਾਂਡ ਥੱਲੇ ਬਣੇ ਸੀ, ਕਿਉਂਕਿ ਇੱਕ ਸਿਸਟਮ ਆ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਆ ਜਿਹੜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਉਹਦੇ ਵਿੱਚ ਜਿਹੜਾ ਜੁਡੀਸ਼ੀਅਲ ਇਲੈਕਸ਼ਨ ਕਮਿਸ਼ਨ ਹੁੰਦਾ ਉਹਦੇ ਕੋਲ ਰਜਿਸਟ੍ਰੇਸ਼ਨ ਹੁੰਦੀ ਆ। ਜਿੱਦਾਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਤੱਕੜੀ ਆ ਪਰ ਇਹਦੇ ਵਿੱਚ ਟਰੈਕਟਰ ਚੋਣ ਨਿਸ਼ਾਨ ਹੁੰਦਾ ਜੀ, ਇਦਾਂ ਹੀ ਦਿੱਲੀ ਦੇ ਵਿੱਚ ਇਲੈਕਸ਼ਨ ਹੁੰਦੀ ਆ ਉੱਥੇ ਵੀ ਸ਼੍ਰੋਮਣੀ ਅਕਾਲੀ ਦਲ ਆਪਣੇ ਫੀਡ ਕਰਦੀ ਆ ਸਾਰੀ। ਹੁਣ ਜਿਹੜੀ ਪਾਰਟੀ ਵੱਲੋਂ ਜਦ ਮੈਂ ਅਕਾਲੀ ਦਲ ਦੀ ਟਿਕਟ ਤੇ ਲੜਿਆ, ਅਕਾਲੀ ਦਲ ਦੀ ਟਿਕਟ ਤੇ ਮੈਂ ਜਿੱਤਿਆ ਜੀ, ਤੇ ਨੈਚੁਰਲ ਮੇਰੀ ਮਦਰ ਪਾਰਟੀ ਤਾਂ ਉਹੀ ਆ ਨਾ, ਤੇ ਉਹ ਜੇ ਮਦਰ ਪਾਰਟੀ ਆ ਤੇ ਉਹਦੇ ਨਾਲ ਤਾਰਾਂ ਜੋੜਨੀਆਂ ਵੱਖਰੀ ਗੱਲ ਆ। ਮੈਨੂੰ ਹੁਣ ਸਾਲ ਹੋ ਗਿਆ ਆਪ, ਤੇ ਤੁਸੀਂ ਦੇਖਦੇ ਆ ਵੀ ਲੋਕ ਕਈ ਵਾਰੀ ਗੱਲ ਨੂੰ ਆਪਾਂ ਇੰਨੀ ਕਛਾਲ ਦਿੰਨੇ ਆ, ਪਿੱਛੇ ਮੁੱਦਾ ਕੁਝ ਥੋੜਾ ਵੀ ਰਹਿ ਜਾਂਦਾ, ਵੱਧ ਨਹੀਂ ਹੁੰਦਾ। ਤੇ ਮੈਂ ਸਿਰਫ ਇੱਕ ਤੁਹਾਡੇ ਨਾਲ ਥੋੜੀ ਜਿਹੀ ਇੱਕ ਗੱਲ ਕਰ ਲਵਾਂ ਵੀ ਉਹ ਇੱਕ ਕਹਿੰਦੇ ਨਿਆਣਾ ਬੱਚਾ ਜਾਂਦਾ ਸੀ ਤੁਰਿਆ, ਤੇ ਉਹ ਕਹਿੰਦਾ ਜੀ ਚੱਲ ਗਈ 2 ਦੌੜ 4 ਦੌੜ 10 ਦੌੜ, ਉਹ ਜਿਹੜੇ ਥੱਕ ਗਏ ਉਹ ਕਹਿੰਦੇ ਦੱਸ ਦੇਵੇ ਕੀ ਚੱਲ ਗਿਆ, ਕਹਿੰਦਾ ਜੀ ਖੋਟੀ ਚਵਾਨੀ ਚੱਲ ਗਈ, ਕਹਿੰਦੇ ਉੱਥੇ ਦੱਸ ਦਿੰਦਾ। ਸਾਡਾ ਤਾਂ ਹਾਲ ਇਹ ਆ ਵੀ ਅਸੀਂ ਦੌੜੇ ਨੇ ਅਸਲੀਅਤ ਤੋਂ ਕਈ ਵਾਰੀ ਲਾਂਭੇ ਹੋ ਜਾਂਦੇ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ ਤੇ ਅਸੀਂ ਸਾਰੇ ਲੜਦੇ ਆ। ਕੰਡਕਟ ਹੋਣ ਦਾ ਦੇਖਣਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਰਾਜਨੀਤਿਕ ਜਥੇਬੰਦੀ ਆ, ਔਰ ਬਜ਼ੁਰਗਾਂ ਨੇ ਸਾਡੇ ਨਾਲੋਂ ਵੱਧ ਸਿਆਣੇ ਸੀ, ਕੁਰਬਾਨੀ ਉਹਨੇ ਵੱਧ ਕੀਤੀ ਆ। ਉਹਨੇ ਪਹਿਲਾਂ ਸ਼੍ਰੋਮਣੀ ਕਮੇਟੀ ਬਣਾਈ 14 ਨਵੰਬਰ 1920 ਨੂੰ, ਤੇ 13 ਦਸੰਬਰ 1920 ਨੂੰ ਫਿਰ ਉਹਨਾਂ ਨੇ ਅਕਾਲੀ ਦਲ ਬਣਾਇਆ। ਔਰ ਮੈਂ ਤੁਹਾਡੇ ਹੋਰ ਇੱਕ ਧਿਆਨ 'ਚ ਲਿਆ ਦਿਆਂ, ਸਭ ਤੋਂ ਪਹਿਲਾਂ ਗੁਰੂ ਕੇ ਬਾਗ ਦਾ ਮੋਰਚਾ ਜਿਲੇ ਫਤਿਹ ਹੋਇਆ ਜੀ, ਭਾਵੇਂ ਉਹਦਾ ਨਵੰਬਰ ਵਿੱਚ 22 'ਚ ਜਾ ਕੇ ਫਤਿਹ ਹੋਇਆ, ਪਰ ਉਹ ਫਤਿਹ ਹੋਣ ਦਾ ਪੰਜਾ ਸਾਹਿਬ ਦੇ ਸਾਕਾ ਵੇਲੇ ਹੋ ਗਿਆ ਸੀ। ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਮਤਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ। ਕਿਉਂ ਧੰਨਵਾਦ ਕੀਤਾ ਸੀ? ਉਹ ਸਪਿਰਿਟ ਦੇ ਨਾਲ ਲੜੇ, ਰੋਜ਼ 100 ਦਾ ਜਥਾ ਜਾਂਦਾ ਸੀਗਾ, ਸੋ ਇੱਕ ਦੂਜੇ ਦੀਆਂ ਪੂਰਕ ਸੀ। ਇਹਦੀ ਮਦਰ ਕਹਿ ਲਈਏ ਜਿਹੜੀ ਜਥੇਬੰਦੀ ਆ ਕਾਫੀ ਸਾਹਿਬ, ਗੌਰਵ ਦਾ ਸਵਾਲ ਪੁੱਛਣ ਦਾ ਮਤਲਬ ਜਾਂ ਇਹ ਗੱਲ ਕਰਨ ਦਾ ਮਤਲਬ ਇਹ ਹੈ ਕਿ ਜਿਹੜੀਆਂ ਵੀ ਫੋਰਸਿਸ ਇਸ ਵੇਲੇ ਅਕਾਲੀ ਦਲ ਦੇ ਅਗੇਂਸਟ ਹੈ ਜਾਂ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ਨੇ, ਉਹ ਐਸਜੀਪੀਸੀ ਤੇ ਸਿੱਧੇ ਇਲਜ਼ਾਮ ਲਾਉਂਦੀਆਂ ਕਿ ਐਸਜੀਪੀਸੀ ਨੂੰ ਅੱਜ ਧਾਰਮਿਕ ਮੁੱਦੇ ਯਾਦ ਆਏ ਆ ਜਦੋਂ ਅਕਾਲੀ ਦਲ ਦੀ ਸਿਆਸੀ ਜ਼ਮੀਨ ਕਮਜ਼ੋਰ ਹੋ ਗਈ। ਜਥੇਦਾਰ ਸਾਹਿਬ ਤੇ ਸਵਾਲ ਚੱਕੇ ਜਾਂਦੇ ਆ, ਤੁਸੀਂ ਰੋਜ਼ ਪੜ੍ਹਦੇ ਹੋ, ਅਖਬਾਰਾਂ 'ਚ ਖਬਰਾਂ ਲੱਗਦੀਆਂ, ਔਰ ਮੈਂ ਤਾਂ ਇਹਦੇ ਨਾਲ ਇਹ ਵੀ ਜੋੜੂੰਗਾ ਕਿ ਤੁਸੀਂ ਸਾਹਮਣੇ ਬੈਠੇ ਸੀ ਜਿਸ ਦਿਨ ਜਥੇਦਾਰ ਸਾਹਿਬ ਨੇ ਖੁਦ ਕਿਹਾ ਕਿ ਐਸਜੀਪੀਸੀ ਕਮਜ਼ੋਰ ਹੋ ਚੁੱਕੀ ਹੈ। ਦੇਖੋ, ਜਥੇਦਾਰ ਸਾਹਿਬ ਦਾ ਆਪਣਾ ਨਜ਼ਰੀਆ ਉਹਨਾਂ ਦਾ, ਉਹਨੇ ਮਹਿਸੂਸ ਵੀ ਕੀਤਾ ਹੋਊਗਾ, ਉਹਨਾਂ ਦੇ ਮੈਂ ਬਿਆਨ ਨੂੰ ਕੋਈ ਖੰਡਨ ਨਹੀਂ ਕਰਦਾ ਜੀ, ਪਰ ਮੈਂ ਕਹਿੰਦਾ ਹੁੰਦਾ ਵੀ ਕਈ ਜਥੇਬੰਦੀਆਂ ਕਮਜ਼ੋਰ ਨਹੀਂ ਹੁੰਦੀਆਂ, ਮਨੁੱਖ ਕਈ ਵਾਰੀ ਕਮਜ਼ੋਰ ਹੋ ਜਾਂਦੇ ਆ। ਠੀਕ ਹੈ, ਤੇ ਕਈ ਵਾਰੀ ਅਸੀਂ ਕਮਜ਼ੋਰ ਜਥੇਬੰਦੀ ਦਾ ਆਪਣੇ ਬੰਦੇ ਦਾ ਜਥੇਬੰਦੀ ਨੂੰ ਨੁਕਸਾਨ ਵੀ ਹੁੰਦਾ। ਠੀਕ ਹੈ, ਚਲੋ ਜੇ ਕੁਝ ਕਿਤੇ ਘਾਟਾਂ ਵੀ ਰਹਿੰਦੀਆਂ ਉਹ ਵੱਖਰਾ ਇੱਕ ਕਨਸੈਪਟ ਆ, ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਅੱਜ ਪਲੰਘਾਂ ਦੇ ਉੱਤੇ ਜਿਹੜੀਆਂ ਪੁੱਟੀਆਂ ਸਾਡੇ ਬਜ਼ੁਰਗਾਂ ਨੇ, ਉਹ ਤੇ ਬਹੁਤ ਸਾਰਾ ਚੰਗਾ ਕਰ ਰਹੀ ਆ। ਪਰ ਕਿਉਂਕਿ ਕਈ ਵਾਰੀ ਪ੍ਰਚਾਰ ਹੀ ਏਡਾ ਹੋ ਜਾਂਦਾ ਵੀ ਸ਼੍ਰੋਮਣੀ ਅਕਾਲੀ ਦਲ ਅੱਜ ਰਾਜ ਸੱਤਾ 'ਚ ਨਹੀਂ ਰਿਹਾ, ਉਹ ਇੱਕ ਵੱਖਰਾ ਕਨਸੈਪਟ ਆ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣ ਕੇ ਆਉਂਦੇ ਆ, ਉਹ ਧਾਰਮਿਕ ਸੂਝ-ਬੂਝ ਵਾਲੇ ਹੁੰਦੇ ਆ, ਸੇਵਾ ਵੀ ਕਰਦੇ ਆ। ਕਈ ਵਾਰੀ ਕਮਜ਼ੋਰ ਆ ਜਾਂਦੇ ਉਹਨਾਂ ਦੀਆਂ ਫਿਰ ਇਲਾਸਟ੍ਰੇਸ਼ਨ ਲਿਦਾ ਤੁਸੀਂ ਇਹ ਗੱਲ ਸਮਝਦੇ ਹੋ, ਇਹ ਗੱਲ ਫੀਲ ਕਰਦੇ ਹੋ ਕਿ ਜੇ ਐਸਜੀਪੀਸੀ ਨੇ ਪਿਛਲੇ ਸਮੇਂ 'ਚ ਜੋ ਵੀ ਕੰਮ ਕੀਤੇ ਹੈ, ਚਾਹੇ ਧਰਮ ਪ੍ਰਚਾਰ ਨੂੰ ਲੈ ਕੇ ਹੋਣ, ਐਜੂਕੇਸ਼ਨ ਸੈਕਟਰ ਨੂੰ ਲੈ ਕੇ ਹੋਣ, ਹੈਲਥ ਸੈਕਟਰ ਨੂੰ ਲੈ ਕੇ ਹੋਣ, ਤੁਸੀਂ ਉਸ ਨੂੰ ਉਸ ਪੱਧਰ ਤੇ ਲੋਕਾਂ ਦੇ ਵਿੱਚ ਨਹੀਂ ਪ੍ਰਚਾਰ ਸਕੇ ਜਿਵੇਂ ਦਿੱਲੀ ਕਮੇਟੀ ਜਾਂ ਹੋਰ ਪ੍ਰਚਾਰਦੇ? ਦੇਖੋ, ਇਹ ਸਾਡੇ ਇੱਕ ਕਹਿ ਲਓ ਵੀ ਘਾਟ ਰਹਿ ਗਈ ਸੋਸ਼ਲ ਮੀਡੀਆ ਦੀ, ਕਿਉਂਕਿ ਜੋ ਸੋਸ਼ਲ ਮੀਡੀਆ ਦਾ ਆ ਗਿਆ। ਮੈਂ ਜੇ ਪੁਰਾਣਾ ਵੀ ਸਾਰਾ ਤੁਹਾਨੂੰ ਦੱਸਾਂ, ਟੌੜਾ ਸਾਹਿਬ ਦੇ ਵੇਲੇ ਤੋਂ ਵੀ ਲਾ ਕੇ, ਉਸ ਵੇਲੇ ਸਾਡੇ ਕੋਲ ਕਾਲਜ ਵੀ ਘੱਟ ਸੀ, ਸਕੂਲ ਵੀ ਘੱਟ ਸੀ। ਸਾਡਾ ਸ਼੍ਰੋਮਣੀ ਕਮੇਟੀ ਦਾ ਇੱਕ ਸਿਸਟਮ ਆ ਜੀ, ਅਸੀਂ ਐਜੂਕੇਸ਼ਨ ਆਪ ਵੀ ਚਲਾ ਰਹੇ ਹਾਂ। ਹਾਲਾਂ ਸ਼੍ਰੋਮਣੀ ਕਮੇਟੀ ਦਾ ਐਜੂਕੇਸ਼ਨ ਚਲਾਉਣ ਦਾ ਕੋਈ ਮਕਸਦ ਨਹੀਂ, ਮਕਸਦ ਇਸ ਕਰਨਾ ਇਹਨਾਂ ਨੇ ਧਰਮ ਪ੍ਰਚਾਰ ਚਲਾਉਣਾ ਸੀ, ਧਰਮ ਪ੍ਰਬੰਧ ਚਲਾਉਣੇ ਸੀ। ਪਰ ਸਾਡੇ ਬਜ਼ੁਰਗਾਂ ਨੇ ਦੇਖਿਆ ਵੀ ਅੱਖਰਾਂ ਦਾ ਗਿਆਨ ਵੀ ਚਾਹੀਦਾ, ਕਿਉਂਕਿ ਸਰਕਾਰਾਂ ਇਸ ਕੰਮ ਤੋਂ ਪਿੱਛੇ ਹਟ ਗਈਆਂ। ਤੇ ਫਿਰ ਹੋਇਆ ਕਿ ਉਸ ਤੋਂ ਬਾਅਦ ਕਿ ਜਿਹੜੇ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਕੁਝ ਧਾਰਮਿਕ ਸੰਸਥਾਵਾਂ ਨੇ ਕਾਲਜ ਸਕੂਲ ਚਲਾਉਂਦੇ ਸੀ ਜੀ, ਉਹ ਵੀ ਸ਼੍ਰੋਮਣੀ ਕਮੇਟੀ ਦੇ ਸਪੋਰਟ ਕਰਨੇ ਸ਼ੁਰੂ ਕਰ ਦਿੱਤੇ। ਇਸ ਨਜ਼ਰੀਏ ਨਾਲ ਵੀ ਸਾਡੀ ਵੱਡੀ ਇਹ ਜਥੇਬੰਦੀ ਆ, ਉਹ ਜਿਨ੍ਹਾਂ ਨੇ ਲੱਖਾਂ ਰੁਪਏ ਲਾਏ ਹੁੰਦੇ ਸੀ। ਹੁਣ ਮੈਂ ਹੁਸ਼ਿਆਰਪੁਰ ਦੇ ਵਿੱਚ ਕਹਿ ਸਕਦਾ, ਜਿੱਥੇ ਮੈਂ ਰਹਿਣਾ, ਉੱਥੇ ਕਲਰ ਖਾਲਸਾ ਸਕੂਲ ਸੀ, ਉਹ ਕੌਮ ਨੇ ਸ਼੍ਰੋਮਣੀ ਕਮੇਟੀ ਨੂੰ ਸੰਭਾਲ ਦਿੱਤਾ। ਠੀਕ ਹੈ, ਖਾਲਸਾ ਕਾਲਜ ਗੜ੍ਹਦੀ ਵਾਲਾ ਸੀ, ਸ਼੍ਰੋਮਣੀ ਕਮੇਟੀ ਨੂੰ ਸੰਭਾਲ ਦਿੱਤਾ। ਡਮੇਲੀ ਬਾਬਾ ਦਲੀਪ ਸਿੰਘ ਮੈਮੋਰੀਅਲ ਕਾਲਜ ਸੀ, ਸ਼੍ਰੋਮਣੀ ਕਮੇਟੀ ਨੂੰ ਸੰਭਾਲ ਦਿੱਤਾ। ਡਰੋਲੀ ਕਾਲਜ ਸੀ, ਉਹ ਫਿਰ ਇਹ ਗੱਲਾਂ ਤਾਂ ਕੋਈ ਗਿਣਦਾ ਨਹੀਂ। ਅੱਛਾ, ਅੱਜ ਦਾ ਕਿਉਂਕਿ ਯੁੱਗ ਮੀਡੀਆ ਦਾ ਆ, ਹੁਣ ਅਸੀਂ 2-3 ਸਾਲ ਤੋਂ ਲਗਾਤਾਰ
ਜਿੰਨਾ ਧਰਮ ਪ੍ਰਚਾਰ ਦੇ ਵਿੱਚ ਕੰਮ ਕਰ ਰਹੇ ਹਾਂ ਜਾਂ ਐਜੂਕੇਸ਼ਨ ਦੇ ਵਿੱਚ ਜਿੰਨਾ ਕੰਮ ਕਰ ਰਹੇ ਹਾਂ ਜਾਂ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਕਿੰਨਾ ਕੰਮ ਕਰ ਰਹੇ ਹਾਂ ਜੀ, ਉਹ ਸਾਰਾ ਪ੍ਰਚਾਰ ਦੇ। ਤੇ ਮੈਂ ਇੱਕ ਗੱਲ ਹੋਰ ਵੀ ਕਹਿ ਸਕਦਾ, ਅਸੀਂ ਪ੍ਰਚਾਰ ਦੇ ਨਾਲ ਵੱਧ ਯਕੀਨ ਕੰਮ ਕਰਨ ਚ ਕਰਦੇ ਹਾਂ ਵੀ ਜਿਹੜਾ ਆ ਕੰਮ ਵੱਧ ਕੀਤਾ ਜਾਵੇ। ਤੇ ਉਹਦੇ ਵਿੱਚ ਕਿਉਂਕਿ ਹੁਣ ਯੁੱਗ ਆ ਗਿਆ ਤੇ ਹੁਣ ਅਸੀਂ ਵੀ ਆਪਣੇ ਇਹ ਮੀਡੀਆ ਦੇ ਯੁੱਗ ਦੇ ਵਿੱਚ ਥੋੜੀ ਇਹਦੇ ਵਿੱਚ ਦਿੱਲੀ ਕਮੇਟੀ ਨੂੰ ਧਾਮੀ ਸਾਹਿਬ ਕਿਉਂ ਜ਼ਰੂਰਤ ਪਈ ਕਿ ਉਹਨੂੰ ਅੰਮ੍ਰਿਤਸਰ ਚ ਆ ਕੇ ਪ੍ਰਚਾਰ ਕਰਨਾ ਪੈ ਗਿਆ? ਉਹਦੇ ਪਿੱਛੇ ਵਜ੍ਹਾ ਕੀ ਸਮਝਦੇ? ਇਹਦਾ ਮੈਂ ਤੁਹਾਨੂੰ ਦੱਸ ਦਿੰਦਾ। ਮੈਂ ਕਿਉਂਕਿ ਸਾਡੇ ਸ਼੍ਰੋਮਣੀ ਕਮੇਟੀ ਦੇ 13 ਮਿਸ਼ਨ ਆ ਜੀ ਜਿਹੜੇ ਪੰਜਾਬ ਤੋਂ ਬਾਹਰ ਚੱਲਦੇ ਆ। ਵੱਡਾ ਮਿਸ਼ਨ ਸਾਡਾ ਦਿੱਲੀ ਦੇ ਵਿੱਚ ਆ। ਠੀਕ ਹੈ। ਉੱਥੇ ਕਿਉਂਕਿ ਜਦੋਂ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਿਆ ਤੇ ਮੈਂ ਨੈਚੁਰਲੀ ਪ੍ਰਧਾਨ ਵੀ ਸੀ ਜੀ, ਤੇ ਦਿੱਲੀ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਵੀ ਜੀ ਸਾਨੂੰ ਜਥੇ ਨਹੀਂ ਮਿਲਦੇ, ਸਾਡੇ ਕਮਰੇ ਨਹੀਂ ਬੁੱਕ ਹੁੰਦੇ, ਸਾਨੂੰ ਸਹੂਲਤਾਂ ਨਹੀਂ ਮਿਲਦੀਆਂ। ਫਿਰ ਮੈਂ ਉੱਥੇ ਗਿਆ, ਉਹਨਾਂ ਨਾਲ ਸ਼ਹਿਰ ਦੇ ਜਿਹੜੇ 5-4 ਉਹਨਾਂ ਦੇ ਮੈਂਬਰ ਵੀ ਸੀਗੇ, ਉਹਨਾਂ ਨਾਲ ਬੈਠ ਕੇ ਸਲਾਹ ਕੀਤੀ ਵੀ ਸਾਡਾ ਮਿਸ਼ਨ ਤਾਂ ਆਲਰੇਡੀ ਚੱਲਦਾ ਹੀ ਆ, ਇੱਥੇ 2 ਕੰਪਿਊਟਰ ਫੀਡ ਕਰ ਦਿਓ ਇਹਨਾਂ ਨੂੰ। ਕੰਪਿਊਟਰ 2 ਦੇ ਦਿੱਤੇ। ਫਿਰ ਕਹਿੰਦੇ ਜੀ ਸਾਨੂੰ ਆਉਣ ਦੀ ਬੜੀ ਤੰਗੀ, ਅਸੀਂ 2 ਬੱਸਾਂ ਦੇ ਦਿੱਤੀਆਂ। ਫਿਰ ਉਹ ਕਹਿੰਦੇ ਜੀ ਸਾਡੇ ਇੱਥੇ ਕੁਝ ਗਰੀਬ ਬੜੇ ਸਿੱਖ ਆ ਜਿਹੜੇ ਆਪਣੇ ਤੁਹਾਡੇ ਮੈਡੀਕਲ ਚੈੱਕਅਪ ਨਹੀਂ, ਜਿਹਨੂੰ ਆਪਾਂ ਬਲੱਡ ਟੈਸਟ ਨਹੀਂ ਕਰਾ ਸਕਦੇ, ਅਸੀਂ ਉਹ ਉਹਨਾਂ ਨੂੰ ਸਹੂਲਤ ਦੇ ਦਿੱਤੀ। ਇਸ ਗੱਲ ਤੋਂ ਪੀੜਤ ਹੋ ਕੇ ਫਿਰ ਅਸੀਂ ਉੱਥੇ ਕੀਰਤਨ ਦਰਬਾਰ ਸ਼ੁਰੂ ਕਰਾਤੇ, ਅੰਮ੍ਰਿਤ ਸੰਚਾਰ ਸ਼ੁਰੂ ਕਰਵਾਤੇ ਦਿੱਲੀ ਦੇ ਵਿੱਚ। ਹਾਂ, ਹਾਲੇ ਵੀ ਚੱਲ ਰਹੇ ਆ। ਠੀਕ ਹੈ। ਉਹ ਇਸ ਗੱਲ ਤੋਂ ਉਦੋਂ ਵੀ ਉਹਨੇ ਕਟਾਖ ਕੀਤੀ ਵੀ ਧਾਮੀ ਇੱਥੇ ਆ ਕੇ ਦਖਲਅੰਦਾਜ਼ੀ ਕਰਦਾ। ਮੈਂ ਦਖਲਅੰਦਾਜ਼ੀ ਨਹੀਂ ਕਰਦਾ, ਮੈਂ ਕਹਿੰਦਾ ਕੰਮ ਕਰੋ ਧਰਮ ਦਾ, ਜੀ ਆਇਆਂ ਨੂੰ। ਫਿਰ ਉਹਨਾਂ ਨੇ ਇੱਕ ਈਰਖਾ ਬਸ ਕਹਿ ਲਓ ਜਾਂ ਕਈ ਵਾਰੀ ਉਹਨਾਂ ਨੇ ਇੱਥੇ ਦਫ਼ਤਰ ਖੋਲ੍ਹ ਉਹਨੇ ਆ ਕੇ ਅੰਮ੍ਰਿਤਸਰ ਦਫ਼ਤਰ ਖੋਲ ਲਿਆ। ਹੁਣ ਤੁਸੀਂ ਦੇਖਿਆ ਹੋਣਾ, ਕੱਲ ਮੈਂ ਆਪਣੇ ਜਿਹੜੇ ਸਾਡੇ ਪ੍ਰਚਾਰਕ ਆ ਉਹਨਾਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਜਿਹੜੇ ਪਿੰਡਾਂ ਦੇ ਵਿੱਚੋਂ ਬੱਚੇ ਜਿਹੜੇ ਆਪਣੇ ਧਰਮ ਪਰਿਵਰਤਨ ਕਰ ਰਹੇ, ਜਿਹੜੇ ਵਾਪਸ ਆਏ ਆ ਜੀ, ਤੇ ਉਹ ਕਹਿੰਦੇ ਜੀ ਸਾਡੇ ਕੋਲ ਸੈਂਕੜੇ ਆ। ਇਹਨਾਂ ਨੇ ਤਾਂ 4-8 ਕਰਕੇ ਕੀਤੇ ਹੋਣਗੇ, ਅਸੀਂ ਉਹਨਾਂ ਦੇ ਵਿੱਚ ਸੈਂਕੜਿਆਂ ਚ ਕਰਵਾਉਨੇ ਆ। ਪਿੱਛੇ ਜੂਨ ਦਾ ਮਹੀਨਾ ਸੀ, ਮੈਂ ਆਪ ਉਹਨਾਂ ਕੈਂਪਾਂ 'ਚ ਗਿਆ, ਜਿੰਨੇ 50 ਪਿੰਡਾਂ ਦੇ ਗਏ ਸੀ ਮੋਸਟਲੀ, ਥੋੜੇ ਉਹ ਸਾਰੇ ਵਾਪਸ ਆਏ ਆ। ਸੋ ਉਹ ਦਿੱਲੀ ਵਾਲੇ ਕਹਿਣਾ ਬੜਾ ਸਖਾਲਾ ਹੁੰਦਾ, ਕਿਸੇ ਤੇ ਐਲੀਗੇਸ਼ਨ ਲਾ ਦਈਏ ਪਾਈਏ। ਇੱਕ ਗੱਲ ਸਮਝਾਓ ਧਾਮੀ ਸਾਹਿਬ ਕਿ ਜਦੋਂ ਤੱਕ ਡੀਐਸਜੀਐਮਸੀ ਦੇ ਵਿੱਚ ਅਕਾਲੀ ਦਲ ਸੀ ਉਸ ਸਮੇਂ ਤੱਕ ਡੀਐਸਜੀਐਮਸੀ ਤੇ ਐਸਜੀਪੀਸੀ ਚ ਆਲ ਇਜ਼ ਵੈਲ ਸੀ, ਤੇ ਜਦੋਂ ਅਕਾਲੀ ਦਲ ਉੱਥੋਂ ਸਾਈਡ ਹੋਇਆ ਤਾਂ ਫਿਰ ਇਹ ਟਕਰਾਅ ਵਾਲੀ ਸਥਿਤੀ ਕਿਉਂ ਬਣ ਗਈ? ਜਦੋਂ ਐਸਜੀਪੀਸੀ ਦੇ ਹੱਥੋਂ ਹਰਿਆਣਾ ਵਾਲੇ ਗੁਰਦੁਆਰੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਾਂਦੇ ਲੱਗ ਰਹੇ ਨੇ ਪ੍ਰਬੰਧ ਉਹਨਾਂ ਦਾ, ਫਿਰ ਟਕਰਾਅ ਵਾਲੀ ਸਥਿਤੀ ਜਾਂ ਫਿਰ ਇਸ ਤਰੀਕੇ ਦੀ ਸਥਿਤੀ ਕਿਉਂ ਹੋ ਗਈ ਕਿ ਇਹ ਆਮੋ ਸਾਹਮਣੇ ਖੜੇ? ਉਦੋਂ ਤੱਕ ਧਰਮ ਪਰਿਵਰਤਨ ਦਾ ਵੀ ਇੰਨਾ ਰੌਲਾ ਨਹੀਂ ਸੀ। ਦੇਖੋ, ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਅਕਾਲੀ ਦਲ ਦੇ ਟਿਕਟਾਂ ਦੇ ਉੱਤੇ ਸਾਰੇ ਮੈਂਬਰ ਲੜੇ। ਤੁਹਾਨੂੰ ਚੇਤਾ ਹੋਣਾ ਪਿਆ ਐਤਕੀ ਵੀ 25-26 ਮੈਂਬਰ ਉਹ ਜਿਹੜੇ ਆ ਇਹ ਅਕਾਲੀ ਦਲ ਦੀ ਟਿਕਟ ਤੇ ਲੜੇ ਆ। ਜੀ। ਫਿਰ ਇੱਕ ਪਾਸੜ ਕਿਉਂਕਿ ਸਿਰਸਾ ਸਾਹਿਬ ਹਾਰ ਗਏ ਔਰ ਕੁਝ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਦਰਜ ਹੋ ਗਏ, ਔਰ ਐਵੇਂ ਹੀ ਮਨਜੀਤ ਸਿੰਘ ਜੀਕੇ ਕਿਉਂਕਿ ਉਹਨਾਂ ਨੂੰ ਸੁਪਰਸੀਡ ਕੀਤਾ ਸੀ ਸਿਰਸਾ ਸਾਹਿਬ ਨੇ, ਉਹਨਾਂ ਤੇ ਵੀ ਕੋਈ ਕੇਸ ਪਰਚੇ ਜਿਹੜੇ ਸੀਗੇ ਉਹ ਮਿਸ ਆਪਰੀਪੇਸ਼ਨ ਦੇ ਉੱਤੇ ਦਰਜ ਹੋ ਗਏ। ਉਹ ਤੋਂ ਬਾਅਦ ਇਹਨਾਂ ਕੋਲ ਰਾਜ ਸੱਤਾ ਲਈ ਇੱਕ ਪੜਾਅ ਰਹਿ ਗਿਆ ਵੀ ਹੁਣ ਕਿਹੜੀ ਪੌੜੀ ਚੜੀਏ। ਮੈਂ ਇੱਕ ਹੋਰ ਐਡ ਕਰ ਦਵਾਂ ਕਿ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਵੀ ਟੁੱਟ ਗਿਆ ਉਸ ਵਿਚਾਲੇ। ਚਲੋ ਉਹ ਇੱਕ ਵੱਖਰਾ ਕਨਸੈਪਟ ਹੈਗਾ, ਪਰ ਇਹਨਾਂ ਦਾ ਜਿੱਲੇ ਇਹ ਸਾਰਾ ਦੇਖਿਆ ਵੀ ਹੁਣ ਸਹਾਰਾ ਕਿੱਥੇ ਲੈਣਾ, ਤੇ ਉਹ ਸਹਾਰਾ ਫਿਰ ਬੀਜੇਪੀ ਤੋਂ ਇਲਾਵਾ ਹੋਰ ਸਹਾਰਾ ਇਹਨਾਂ ਕੋਲ ਕੋਈ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਅੱਜ ਵੀ ਸਿੱਖਾਂ ਦੇ ਨਾਲ, ਦਿੱਲੀ ਦੇ ਸਿੱਖਾਂ ਦੇ ਵੀ ਕਦਰ ਕਰਦੇ, ਕੋਈ ਦਿੱਕਤ ਨਹੀਂ, ਪਰ ਜਿੱਲੇ ਤੁਸੀਂ ਇੱਕ ਧਰਮ ਦੀ ਆੜ ਥੱਲੇ ਛਤਰੀ ਕਿਸੇ ਦੀ ਤੇ ਜਾ ਕੇ ਬੈਠੋ ਫਿਰ ਦੁੱਖ ਵੀ ਮਹਿਸੂਸ ਹੁੰਦਾ। ਨਹੀਂ, ਪਰ ਦੇਖੋ ਦਾਦੂਵਾਲ ਸਾਹਿਬ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਕਹਿੰਦੇ ਏਜੰਸੀਆਂ ਦਾ ਬੰਦਾ ਹੈ, ਇਹ ਬੀਜੇਪੀ ਦਾ ਏਜੰਟ ਹੈ, ਤੇ ਜਿਹੜੇ ਤੁਹਾਡੇ ਖਿਲਾਫ ਬੋਲਦੇ ਨੇ ਉਹ ਕਹਿੰਦੇ ਕਿ ਐਸਜੀਪੀਸੀ ਨੂੰ ਵੀ ਇਹ ਲੱਗਦਾ ਕਿ ਜਿਹੜਾ ਅਕਾਲੀ ਦਲ ਦੇ ਵਿੱਚ ਆ ਕੇ ਖੜ ਗਿਆ ਬਸ ਉਹੀ ਸਿੱਖ ਹੈ, ਕਿ ਜਿਹੜਾ ਸਾਹਮਣੇ ਉਹ ਸਿੱਖ ਨਹੀਂ ਹੈ, ਜਾਂ ਉਹ ਬੀਜੇਪੀ ਦਾ ਏਜੰਟ ਹੈ ਜਾਂ ਏਜੰਸੀਆਂ ਦਾ ਬੰਦਾ, ਉਹਨੂੰ ਕੁਛ ਨਾ ਕੁਛ ਟੈਗ ਦੇ ਕੇ ਲਾਂਭੇ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਨਹੀਂ, ਇਦਾਂ ਨਹੀਂ। ਦੇਖੋ, ਸਿੱਖ ਜਿਹੜਾ ਆ ਇਹ ਜ਼ਰੂਰੀ ਨਹੀਂ ਵੀ ਸਿੱਖ ਅਕਾਲੀ ਦਲ ਦੇ ਵਿੱਚ ਆ ਕੇ ਸਿੱਖ ਬਣਦਾ, ਸਿੱਖ ਤਾਂ ਸਿੱਖ ਹੈਗਾ। ਬਿਲਕੁਲ ਜੀ। ਬਾਕੀ ਇਹ ਰਾਜਨੀਤੀ ਆ, ਰਾਜਨੀਤੀ ਦੇ ਵਿੱਚ ਕਈ ਵਾਰੀ ਆਪਾਂ ਲੰਬੀ ਜੀਭ ਕਰਕੇ ਬਹੁਤ ਕੁਝ ਬੋਲ ਦਈਦਾ। ਮੈਂ ਜਿੱਦਣ ਯਤਨ ਕੀਤਾ ਵੀ ਆਪਾਂ ਸਿੱਖ ਬੰਦੀਆਂ ਦੇ ਲਈ ਬੈਠ ਕੇ ਯਤਨ ਕਰੀਏ, ਅਕਾਲ ਤਖਤ ਦਾ ਹੁਕਮ ਆਇਆ ਜੀ, ਉਦੋਂ ਅਸੀਂ 11 ਮੈਂਬਰ ਮੈਂ ਚੋਣ ਕੀਤੀ, ਜਿਨ੍ਹਾਂ ਦੇ ਵਿੱਚ ਇੱਕ ਸਿਰਫ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸੀ, ਮਾਨ ਸਾਹਿਬ ਅਕਾਲੀ ਦਲ ਦੇ ਵਿੱਚੋਂ ਲਏ, ਬਰੋਬਰ ਅਕਾਲੀ ਦਲ ਉਹਨਾਂ ਦਾ ਅੰਮ੍ਰਿਤਸਰ ਸੀਗਾ, ਐਵੇਂ ਹੀ ਕਿਉਂਕਿ ਅਕਾਲੀ ਦਲ 2 ਦਿੱਲੀ ਦੇ ਵਿੱਚ ਵੀ ਸੀ ਉਹ ਲਏ ਨਾਲ। ਦਾਦੂਵਾਲ ਸਾਹਿਬ ਨੂੰ ਸਿੱਖ ਪ੍ਰਚਾਰਕ ਦੇ ਤੌਰ ਤੇ ਲਿਆ ਕਿਉਂਕਿ ਹਰਿਆਣਾ ਕਮੇਟੀ ਉਦੋਂ ਤਸਲੀਮ ਨਹੀਂ ਸੀ ਹੋਈ। ਠੀਕ ਹੈ। ਤੇ ਅਸੀਂ ਬੈਠੇ ਉੱਥੇ ਬੈਠ ਕੇ ਮੀਟਿੰਗ ਵੀ ਬਹੁਤ ਕਾਰਡੀਅਲ ਹੋਈ, ਵਿੱਚ ਸੁਖਬੀਰ ਬਾਦਲ ਸਾਹਿਬ ਬੈਠੇ ਸੀ। ਉਹ ਤੋਂ ਬਾਅਦ ਇਹਨਾਂ ਨੇ ਇੱਕ ਬਿਆਨ ਦੇ ਦਿੱਤਾ ਵੀ ਇਹਨਾਂ ਨੂੰ ਬਾਹਰ ਕੱਢੋ।
ਮੈਂ ਇਹਨਾਂ ਨਾਲ ਫਿਰ 1 to 1 ਕੀਤੀ ਗੱਲ ਵੀ ਆਪਾਂ ਇਹ ਕੌਮ ਦਾ ਵੱਡਾ ਮੁੱਦਾ, ਆਪਾਂ ਇਸ ਮੁੱਦੇ ਤੇ ਵੰਡ ਨਾ ਹੋਈਏ, ਇਹ ਗੱਲ ਠੀਕ ਨਹੀਂ। ਇਹ ਫਿਰ ਦਾਦੂਵਾਲ ਸਾਹਿਬ ਨੇ ਵੀਡੀਓ ਪਾਉਣੀ ਸ਼ੁਰੂ ਕਰ ਦਿੱਤੀ ਵੀ ਜੀ ਪਹਿਲਾਂ ਉਹਨਾਂ ਨੂੰ ਬਾਹਰ ਕੱਢੋ। ਫਿਰ ਮੈਂ ਦੇਖਿਆ ਦੂਏ ਜਿਹੜੇ ਸਾਡੇ ਸੱਜਣ ਦਿੱਲੀ ਗਏ, ਉਹਨੇ ਜਾ ਕੇ ਉੱਥੇ ਸ਼ੁਰੂ ਕਰਤਾ। ਮਾਨ ਸਾਹਿਬ ਜਿੱਤ ਕੇ ਆਏ, ਦਰਬਾਰ ਸਾਹਿਬ ਮੱਥਾ ਟੇਕਣ ਨੂੰ ਨਹੀਂ ਕਹਤਾ, ਮੈਂ ਵੀ ਹੁਣ ਇਸ ਕਮੇਟੀ ਦਾ ਹਿੱਸਾ ਨਹੀਂ। ਮੈਂ ਤਾਂ ਯਤਨ ਕੀਤਾ ਸੀ ਵੀ ਸਾਰਿਆਂ ਨੂੰ ਇੱਕ ਥਾਂ ਪਰ ਕਰਾਂ। ਤੁਸੀਂ ਦੂਜੀ ਮੀਟਿੰਗ ਨਹੀਂ ਬੁਲਾਈ ਕਹਿੰਦੇ। ਦੂਜੀ ਮੀਟਿੰਗ ਫਿਰ ਮੈਂ ਬੁਲਾਉਣੀ ਕਿਸ ਕੰਮ ਲਈ, ਅੱਧੇ ਤਾਂ ਜਵਾਬ ਹੀ ਦੇ ਗਏ। ਤੁਹਾਨੂੰ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਗੱਲ ਹੋ ਰਹੀ ਸੀ, ਪਰ ਇੱਕ ਵਾਰੀ ਮੀਟਿੰਗ ਸੱਦ ਲੈਂਦੇ, ਸਾਹਮਣੇ ਆਮੋ ਸਾਹਮਣੇ ਬਿਠਾ ਕੇ ਗੱਲ ਫਿਰ ਕਈ ਵਾਰੀ ਇਹ ਗੱਲ ਹੁੰਦੀ ਆ, ਕਈ ਵਾਰੀ ਬੋਲ ਕੌੜੇ ਬੋਲ ਕੇ ਇੱਕ ਦੂਏ ਤੋਂ ਮੂੰਹ ਤੋਂ ਬੋਲਣੋਂ ਵੀ ਜਾਂਦੇ ਨਹੀਂ ਚੰਗੇ ਲੱਗਦੇ। ਫਿਰ ਜਿਸ ਕਟਾਕਸ਼ ਦੇ ਨਾਲ ਉਹ ਗੱਲਾਂ ਹੋਈਆਂ ਤੇ ਫਿਰ ਮੈਂ ਸੋਚਿਆ ਵੀ ਨਹੀਂ ਇਹ ਗੱਲ ਸੁਣੀ, ਫਿਰ ਅਸੀਂ ਆਪਣੇ ਤੌਰ ਤੇ ਉਹਦਾ ਤੁਸੀਂ ਸੋਸ਼ਲ ਮੀਡੀਆ ਤੇ ਜ਼ਿਆਦਾ ਫੋਕਸ ਕਰ ਗਏ। ਜਦ ਨਹੀਂ, ਅਸੀਂ ਸੋਸ਼ਲ ਮੀਡੀਆ ਤੋਂ ਇਲਾਵਾ ਵੀ ਵੀਡੀਓਜ਼ ਤਾਂ ਉੱਥੇ ਹੀ ਦਿਖੀਆਂ ਹੋਣੀਆਂ, ਉਹਨਾਂ ਤੋਂ ਇਲਾਵਾ ਵੀ, ਕਿਉਂਕਿ ਇੱਕ ਦੂਏ ਨਾ ਸਾਡੇ ਕਾਰਡੀਅਲ ਭਾਵੇਂ ਉਹਦਾ ਮਤਭੇਦ ਹੋਣ, ਕਈ ਵਾਰੀ ਸਾਡੇ ਰਿਲੇਸ਼ਨ ਵਧੀਆ ਹੁੰਦੇ ਆ ਜੀ। ਇਸ ਕਰਕੇ ਉਹ ਸਾਨੂੰ ਸੱਜਣ ਸਾਥੀ ਵੀ ਜਿਹੜੇ ਇੱਕ ਦੂਏ ਦੇ ਵਿੱਚ ਸੀ, ਉਹਨੇ ਵੀ ਆ ਕੇ ਦੱਸਿਆ ਵੀ ਇਹ ਕਾਰਜ ਦੇ ਵਿੱਚ ਮੀਟਿੰਗ ਸੱਦੋਗੇ, ਹੋਰ ਕੋਈ ਕੜਤਣ ਬੋਲੀ ਜਾਊਗੀ। ਫਿਰ ਮੈਂ ਬਿਹਤਰ ਸਮਝਿਆ ਵੀ ਆਪਾਂ ਆਪਣੇ ਤੌਰ ਦੇ ਉੱਤੇ ਯਤਨ ਕਰੀਏ। ਸੋ ਮੇਰਾ ਕਹਿਣ ਤੋਂ ਭਾਵ ਕਈ ਵਾਰੀ ਬੰਦਾ ਹੋਰ ਇਮੇਜ ਹੁੰਦਾ, ਇਮੇਜ ਕੋ ਹੋਰ ਲੈ ਲੈਂਦਾ, ਤੇ ਪਰ ਮੈਂ ਆਪ ਚਾਹੁੰਦਾ ਵੀ ਸਿੱਖ, ਕਿਉਂਕਿ ਸਿੱਖ ਹੀ ਆ ਜਿਹੜੇ ਰਾਜਨੀਤੀ 'ਚ ਨਹੀਂ ਸਿੱਖ, ਉਹ ਵੀ ਤਾਂ ਸਿੱਖ ਹੈਗੇ। ਚਲੋ ਮੈਂ ਇੱਕ ਸਵਾਲ ਹੋਰ ਪੁੱਛਣਾ ਵਿਜੇ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਅਕਾਲੀ ਦਲ ਵਾਲਾ ਇੱਕ ਫਾਈਨਲ ਸਵਾਲ, ਕਹਿੰਦੇ ਕਿ ਜਿਹੜਾ ਤੁਸੀਂ ਅੱਜ ਕਹਿ ਰਹੇ ਹੋ ਕਿ ਬੀਜੇਪੀ ਨਾਲ ਰਲੇ ਹੋਏ ਨੇ ਜਾਂ ਇਹ ਏਜੰਟ ਨੇ ਜਾਂ ਕੁਝ, 1.5-2 ਸਾਲ ਪਹਿਲਾਂ ਸਭ ਕੁਝ ਇੱਕੋ ਹੀ ਸੀ। ਕਿ ਜਿਹੜੀਆਂ ਗੱਲਾਂ ਤੁਸੀਂ ਅੱਜ ਕਰ ਰਹੇ ਹੋ ਜਾਂ 2014 ਤੋਂ ਲੈ ਕੇ 2020 ਤੱਕ ਜਦੋਂ ਇਕੱਠੇ ਸੀ, ਮੈਂ ਹਰਿਆਣਾ ਐਕਟ ਦਾ ਜ਼ਿਕਰ ਕਰ ਰਿਹਾ, ਕਹਿੰਦੇ ਉਸ ਟਾਈਮ ਨਹੀਂ ਬੋਲੇ ਜਦੋਂ ਸੈਂਟਰ ਦੇ ਵਿੱਚ ਸਰਕਾਰ ਸੀ, 2017 ਤੱਕ ਪੰਜਾਬ ਦੇ ਵਿੱਚ ਸਰਕਾਰ ਸੀ। ਆਉਂਦੇ ਦਿਨਾਂ 'ਚ ਵੀ ਸੰਭਾਵਨਾਵਾਂ ਨੇ ਜਿਸ ਦੀ ਚਰਚਾ ਹੁੰਦੀ ਹੈ। ਦੇਖੋ ਇਹ ਸੀਗਾ ਇਹਨਾਂ ਦੇ ਨਾਲ ਆਪਣਾ ਅਲਾਇੰਸ ਅਕਾਲੀ ਦਲ ਦਾ, ਔਰ ਅਕਾਲੀ ਦਲ ਨੇ ਆਪਣੇ ਤੌਰ ਤੇ ਇਹਨਾਂ ਦੇ ਕੋਲੋਂ ਇਸ ਗੱਲ ਦੇ ਬੜੇ ਯਤਨ ਕੀਤੇ, ਪਰ ਇਹਨਾਂ ਯਤਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਪੰਜਾਬ ਦੇ ਵਿੱਚ ਜੇ ਬੀਜੇਪੀ ਦੇ ਪੈਰ ਲੱਗੇ ਆ ਤੇ ਅਕਾਲੀ ਦਲ ਕਰਕੇ ਲੱਗੇ ਆ, ਔਰ ਉਹ ਹੁਣ ਕਿਉਂਕਿ ਇੱਕ ਸਿਧਾਂਤਕ ਲੜਾਈ ਆ ਗਈ ਸੀ ਜਦੋਂ ਆਪਣੇ ਫਾਰਮਰਸ ਐਕਟ ਜਿਹੜੇ ਬਣਾਤੇ, ਉਹਨਾਂ ਐਕਟਾਂ ਦੇ ਵਿੱਚ ਸੈਂਟਰ ਟਸ ਤੋਂ ਬਸ ਨਹੀਂ ਹੋਇਆ, ਕਿਉਂਕਿ ਆਪਾਂ ਪੰਜਾਬ ਦੇ ਵਸਨੀਕ ਆ ਤੇ ਪੰਜਾਬ ਦੇ ਲੋਕਾਂ ਵਿੱਚ ਰਹਿਣਾ। ਉਸ ਵੇਲੇ ਫਿਰ ਸਮੁੱਚੇ ਤੌਰ ਤੇ ਕੋਰ ਕਮੇਟੀ ਨੇ ਫੈਸਲਾ ਕੀਤਾ ਵੀ ਹੁਣ ਇਹਨਾਂ ਨਾਲ ਰਹਿਣ ਦਾ ਕੋਈ ਫਾਇਦਾ ਨਹੀਂਗਾ, ਆਪਾਂ ਨੂੰ ਇਮੀਡੀਏਟ ਇਹਨਾਂ ਤੋਂ ਤੋੜ ਵਿਛੋੜਾ ਕਰਨਾ ਚਾਹੀਦਾ। ਫਿਰ ਜਿਆਦਾ ਤੋੜ ਵਿਛੋੜਾ ਹੋ ਗਿਆ। ਤੇ ਮੈਂ ਇਹ ਵੀ ਕਰਦਾ ਵੀ ਕਈ ਮਸਲੇ ਜਿਹੜੇ ਆ ਲੋਕੇ ਆ, ਜਿਹੜੇ ਹੱਲ ਹੋਣ ਵਾਲੇ ਨਹੀਂ ਵੀ ਸੀ, ਹੋਏ ਵੀ ਆ, ਤੇ ਕਈ ਰਹਿ ਵੀ ਗਏ ਇਦਾਂ ਦੇ ਜਿਹੜੇ ਜਿਨ੍ਹਾਂ ਦੇ ਵਿੱਚ ਆਪਾਂ ਨਹੀਂ ਸਰਕਾਰ ਦੇ ਕੋਲ ਪੇਸ਼ ਗਈ। ਸੋ ਇਸ ਕਰਕੇ ਇਦਾਂ ਦੀਆਂ ਕਈ ਗੱਲਾਂ ਜਿਹੜੀਆਂ ਉਹ ਵਿੱਚ ਰਹਿ ਵੀ ਗਈਆਂ। ਹੁਣ ਧਾਮੀ ਸਾਹਿਬ ਫਾਈਨਲੀ ਮਤਲਬ ਐਸਜੀਪੀਸੀ ਕੋਲੇ ਰਾਹ ਕੀ ਹੈ? ਹੁਣ ਤਾਂ ਕੋਰਟ ਨੇ ਸੁਪਰੀਮ ਮੋਹਰ ਲੱਗ ਗਈ ਹੈ, ਹੁਣ ਉਸ ਤੋਂ ਬਾਅਦ ਰਾਹ ਤੁਹਾਡੇ ਕੋਲੇ, ਤੁਹਾਨੂੰ ਉਮੀਦ ਹੈ ਰਿਵਿਊ ਪਟੀਸ਼ਨ ਤੋਂ? ਦੇਖੋ ਬੰਦਾ ਆਸ ਨਾਲ ਹੀ ਜੀਂਦਾ। ਲੀਗਲ ਤੌਰ ਦੇ ਉੱਤੇ ਅਸੀਂ ਬਿਲਕੁਲ ਰਿਵਿਊ ਪਟੀਸ਼ਨ ਪਾਉਣੀ ਆ ਸੀ ਜੀ। ਇਸ ਕਰਕੇ ਕੋਈ ਵੱਡੇ ਤੋਂ ਵੱਡਾ ਹੋਰ ਵੀ ਕਨਸਟੀਟਿਊਸ਼ਨਲ ਐਕਸਪਰਟ ਵੀ ਹੋਇਆ ਜੀ, ਉਹ ਵੀ ਅਸੀਂ ਹਾਇਰ ਕਰਾਂਗੇ। ਪਰ ਕਈ ਵਾਰੀ ਇੰਟੀਰੀਅਰ ਆਬਜੈਕਟ ਐਸਾ ਹੁੰਦਾ ਵੀ ਦਿੱਲੀ ਦੇ ਵਿੱਚ ਜਿਹੜੀ ਸਾਡੀ ਲਿਟੀਗੇਸ਼ਨ ਸੀ, ਹਰਿਆਣਾ ਸਰਕਾਰ ਨੇ ਜਾਂ ਹਰਿਆਣਾ ਲੋਕਲ ਕਮੇਟੀ ਨੇ ਬੜੇ ਬੜੇ ਵਕੀਲ ਹਾਇਰ ਕਰ ਕਰਕੇ ਇੱਕ ਵਾਰੀ ਪੇਸ਼ ਕਰ ਕਰਕੇ ਛੱਡ ਦਿੱਤੇ। ਠੀਕ ਹੈ, ਉਹਨਾਂ ਦਾ ਆਬਜੈਕਟ ਕੇਵਲ ਇਹ ਸੀਗਾ ਵੀ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਕੀਲ ਵੀ ਹਾਇਰ ਕਰਨ ਨੂੰ ਔਖਾ ਹੋਊਗਾ। ਤੇ ਹੁਣ ਅਸੀਂ ਰਿਵਿਊ ਪਟੀਸ਼ਨ ਇਮੀਡੀਏਟਲੀ ਪਾਵਾਂਗੇ। ਥੋੜਾ ਮੁਲਾਂਕਣ ਕਰ ਰਹੇ ਹਾਂ, ਸਾਰਾ ਸਮੇਂ ਦੀ ਉਡੀਕ ਕਰ ਰਹੇ ਹਾਂ ਵੀ ਕਦੋਂ ਸਮਾਂ ਪ੍ਰੋਪਰ ਹੁੰਦਾ। ਦੂਜਾ ਅੱਜ ਦਾ ਪ੍ਰਬੰਧ ਉਹਨਾਂ ਅੱਜ ਚਲਾ ਜਾਏਗਾ, ਕਈ ਵਾਰੀ ਫੇ ਹੋ ਵੀ ਜਾਂਦਾ। ਆਪਣੇ ਸਾਡੇ ਕਈ ਵਾਰੀ ਮੈਂਡੇਟਰੀ ਇੰਜੰਕਸ਼ਨ ਦਾ ਹੁੰਦਾ ਸਾਡੇ ਸੂਟ ਜੀ, ਉਹ ਹੁੰਦਾ ਵੀ ਜੇ ਕਬਜ਼ਾ ਲੈ ਗਿਆ ਬੰਦਾ ਫੇਰ ਵੀ ਵਾਪਸ ਅਸੀਂ ਕਹਿੰਦਾ ਕਰਵਾਓ, ਤੇ ਕੋਰਟਾਂ ਕਰਵਾਉਂਦੀਆਂ ਆ। ਠੀਕ ਹੈ, ਤੇ ਇਸ ਕਰਕੇ ਅਸੀਂ ਉਸ ਗੱਲ ਲਈ ਪੂਰੇ ਤੌਰ ਦੇ ਉੱਤੇ ਅੱਜ ਮੀਟਿੰਗ ਐਗਜ਼ੈਕਟਿਵ ਦੀ 30 ਤਰੀਕ ਨੂੰ ਜਨਰਲ ਹਾਊਸ ਦੀ ਮੀਟਿੰਗ ਸੱਦੀ ਆ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਉਹ ਤੋਂ ਬਾਅਦ ਫਿਰ ਜੋ ਉੱਥੇ ਰੂਪਰੇਖਾ ਐਲਾਨੀ ਜਾਊਗੀ। ਪ੍ਰਬੰਧ ਉਹਨਾਂ ਨੂੰ ਦੋਗੇ ਤੁਸੀਂ ਜਾਂ ਕੀ ਕਰੋਗੇ? ਪ੍ਰਬੰਧ ਦੇਖੋ, ਇਹ ਵੀ ਇੱਕ ਚਰਚਾ ਹੈ, ਟਕਰਾਅ ਵਾਲੀ ਸਥਿਤੀ ਨਾਲ ਪ੍ਰਬੰਧ ਮੈਂ, ਕਿਉਂਕਿ ਉਹ ਕਹਿ ਰਹੇ ਆ ਕਿ ਸਾਨੂੰ ਤਾਂ ਉਹਨਾਂ ਨੂੰ ਵੱਡਾ ਦਿਲ ਕਰਕੇ ਕਹਿ ਦੇਣਾ ਚਾਹੀਦਾ ਵੀ ਤੁਸੀਂ ਸੰਭਾਲੋ। ਇਹ ਵੀ ਬਿਆਨ ਆਇਆ। ਦੇਖੋ ਪ੍ਰਬੰਧ ਦੇ ਵਿੱਚ ਸਾਨੂੰ ਕੋਈ ਖਟਾਕਸ਼ ਨਹੀਂ। ਅਸੀਂ ਤਾਂ ਚਾਹੁੰਦੇ ਵੀ ਇੰਡਿਊ ਕੋਰਸ ਆਫ ਲਾ ਢੰਗ ਤਰੀਕਾ ਅਪਣਾਇਆ ਜਾਵੇ। ਜੇ ਆਪਾਂ ਇਦਾਂ ਇੱਕ ਦੂਏ ਦੇ ਗਲ ਪੈ ਕੇ ਪ੍ਰਬੰਧ ਲਵਾਂਗੇ, ਗੁਰਦੁਆਰੇ ਦੀ ਮਰਿਆਦਾ ਜਿਹੜੀ ਉਲੰਘਣ ਹੁੰਦੀ ਆ। ਠੀਕ ਹੈ, ਅਸੀਂ ਤਾਂ ਨਹੀਂ, ਅਸੀਂ ਤਾਂ ਨਿਊ ਕੋਰਸ ਆਫ ਲਾ ਕੇ ਇਹਨੇ ਲੈਣ, ਉਹ ਸਾਡਾ ਕੋਈ ਝਗੜਾ ਨਹੀਂ ਇਸ ਗੱਲ ਦੇ ਨਾਲ। ਬਾਕੀ ਅਸੀਂ ਆਪਣੇ ਕੇਸ ਕਰਾਂਗੇ, ਰਿਵਿਊ ਫਾਈਲ ਕਰਾਂਗੇ, ਜੋ ਉਹਦਾ ਫਿਰ ਰਿਜ਼ਲਟ ਆਊਗਾ ਉਹ ਵੀ ਸਾਹਮਣੇ ਆ ਜਾਊਗਾ ਸਾਰੀ ਗੱਲ ਦਾ। ਤੇ ਕਬਜ਼ੇ ਦਿੱਤੇ ਜਾਂਦੇ ਤਾਂ ਕਬਜ਼ੇ ਲੈ ਵੀ ਲੈ ਜਾਂਦੇ ਆ। ਚਲੋ ਮੈਂ 2-4 ਸਵਾਲ ਹੋਰ ਹੈਗੇ, ਆਪਣੇ ਕੋਲ ਸਮਾਂ ਬਹੁਤ ਪੂਰਾ। ਪੁਆਇੰਟ ਨੰਬਰ 1 ਕਿ ਧਰਮ ਪ੍ਰਚਾਰ ਨੂੰ ਲੈ ਕੇ, ਕਿਉਂਕਿ ਧਰਮ ਪਰਿਵਰਤਨ ਪੰਜਾਬ 'ਚ ਬਹੁਤ ਵੱਡਾ ਮੁੱਦਾ ਪਿਛਲੇ ਦਿਨਾਂ 'ਚ ਰਿਹਾ। ਜਥੇਦਾਰ ਸਾਹਿਬ ਦੇ ਨਾਲ ਵੀ ਮੁਲਾਕਾਤ ਹੋਈ, ਜਿਹੜੇ ਬਿਸ਼ਪ ਆ ਉਹਨਾਂ ਦੀ। ਤੁਹਾਨੂੰ ਲੱਗਦਾ ਬਹੁਤ ਵੱਡੀ ਇਸ ਸਮੇਂ ਦਿੱਕਤ ਹੈ
ਕਿ ਜੇ ਪੰਜਾਬ 'ਚ ਧਰਮ ਪਰਿਵਰਤਨ ਹੋਇਆ, ਖਾਸ ਤੌਰ ਤੇ ਮਾਝੇ ਦੇ ਵਿੱਚ, ਬਾਰਡਰ ਜ਼ਿਲ੍ਹਿਆਂ ਦੇ ਵਿੱਚ, ਤਾਂ ਫਿਰ ਇਹ ਕਿਸ ਦੀ ਲਾਪਰਵਾਹੀ ਹੈ, ਕੁਤਾਹੀ ਹੈ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਸੰਸਥਾ ਕੋਈ ਰੂਲ ਆਊਟ ਨਹੀਂ ਕੀਤਾ ਜਾ ਸਕਦਾ, ਪਰ ਸਾਡੇ ਵਿੱਚ ਇੱਕ ਪ੍ਰਵਿਰਤੀ ਪੈ ਗਈ ਕਿ ਕੋਈ ਮਸਲਾ ਜਿਹੜਾ ਆ ਉਹ ਸ਼੍ਰੋਮਣੀ ਕਮੇਟੀ ਤੇ ਆਪਾਂ ਸਿੱਟ ਕੇ ਤੇ ਚੁੱਪ ਕਰਕੇ ਬਾਰਗ ਹੋ ਜਾਂਦੇ ਆ। ਇੱਕ ਇੱਕ ਪਿੰਡ ਦੇ ਵਿੱਚ 4-4 5-5 ਗੁਰਦੁਆਰੇ ਸਾਹਿਬਾਨ ਆ, ਉੱਥੇ ਕੀਰਤਨ ਵੀ ਹੁੰਦਾ, ਉੱਥੇ ਸਵੇਰੇ ਬਾਣੀ ਵੀ ਪੜ੍ਹੀ ਜਾਂਦੀ ਆ, ਉੱਥੇ ਗੁਰਪੁਰਬ ਵੀ ਬਣਦੇ ਆ। ਉਹ ਆਪਣੇ ਤੌਰ ਤੇ ਕੋਈ ਯਤਨ ਨਹੀਂ ਕਰਦਾ, ਉਹ ਕੇਵਲ ਤਾਂ ਕੇਵਲ ਸ਼੍ਰੋਮਣੀ ਕਮੇਟੀ ਤੇ, ਕਿਉਂਕਿ ਚਲੋ ਫਰਜ਼ ਤਾਂ ਬਣਦਾ ਸ਼੍ਰੋਮਣੀ ਕਮੇਟੀ ਦਾ ਵੱਡਾ ਮੁੱਦਾ ਹਰ ਗੱਲ ਤੇ ਕਰੇ ਇਹ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਪੂਰੇ ਯਤਨ ਕਰ ਰਹੀ ਆ। ਇਹ ਜਿਹੜੇ ਬਿਸ਼ਪ ਵੀ ਆ, ਬਿਸ਼ਪ ਤੋਂ ਪਹਿਲਾਂ ਵੀ ਸਾਡੀਆਂ ਟੈਲੀਫੋਨਾਂ ਤੇ ਗੱਲਾਂ ਹੁੰਦੀਆਂ ਰਹੀਆਂ, ਕੋਈ ਵੀ ਧਰਮ ਜ਼ਬਰਦਸਤੀ ਪਰਿਵਰਤਨ ਨਹੀਂ ਕਰਾਉਂਦਾ ਜੀ। ਇਹ ਆਪ ਵੀ ਉਹ ਮੰਨਦੇ ਆ। ਔਰ ਜਿਹੜੇ ਹੁਣ ਜਿਨ੍ਹਾਂ ਦਾ ਮੀਟਿੰਗ ਹੋਈ ਆ ਸਿੰਘ ਸਾਹਿਬਾਂ ਦੀ, ਉਹਨੇ ਵੀ ਕਿਹਾ ਵੀ ਅਸੀਂ ਬਿਲਕੁਲ ਆ ਜੋ ਇਹ ਆਪਣੇ ਧਾਗੇ ਤਵੀਤ ਕਰਦੇ ਆ, ਟੂਣੇ ਟਾਣੇ, ਇਹ ਤਾਂ ਸਾਡਾ ਬੇਸਿਕਲੀ ਆਬਜੈਕਟ ਹੀ ਹੈ ਨਹੀਂਗਾ। ਸੋ ਇਸ ਕਰਕੇ ਅਸੀਂ ਹੁਣ ਆਪਣੇ ਤੌਰ ਦੇ ਉੱਤੇ ਮੈਂ ਥੋੜਾ ਜਿਹਾ ਧਿਆਨ ਚ ਲਿਆ ਦਿਆਂ ਜੀ ਕਿ ਮੈਂ ਆਪਣੇ ਤਜਰਬੇ ਤੋਂ ਬੋਲਦਾ। ਇੱਕ ਬੰਦਾ ਇੱਕ ਪੋਸਟ ਦੇ ਉੱਤੇ 1,20,000 ਰੁਪਇਆ ਤਨਖਾਹ ਲੈਂਦਾ ਜੀ, ਉਹ ਬੜੇ ਆਰਾਮ ਨਾਲ ਬੈਠਾ, ਕਿਉਂਕਿ ਪਰਮਾਨੈਂਟ ਪੋਸਟ ਆ। ਤੇ ਜਿਹੜਾ 10,000 ਲੈਂਦਾ, ਉਹ 10 ਵਾਰੀ ਆ ਕੇ ਮੱਥਾ ਟੇਕਦਾ ਵੀ ਮੈਂ ਕੰਮ ਵੀ ਕਰੂੰਗਾ ਤਨਦੇਹੀ ਨਾ, ਤੇ ਮੈਨੂੰ ਅਗਲੇ ਸਾਲ ਹਾਇਰ ਕਰ ਲਿਓ। ਇਹ ਕਈ ਵਾਰੀ ਇਦਾਂ ਦੀਆਂ ਹੋ ਜਾਂਦੀਆਂ। ਅਸੀਂ ਹੁਣ ਤਕਰੀਬਨ 117 ਨਵੇਂ ਬੱਚੇ ਬਿਲਕੁਲ ਨਿਊ, ਜਿਹੜੇ ਸਾਡੇ ਸਿੱਖ ਮਿਸ਼ਨਰੀ ਕਾਲਜਾਂ ਦੇ ਵਿੱਚੋਂ ਪੜ੍ਹ ਕੇ ਆਏ ਆ, ਪੰਥ ਰਤਨ ਜਥਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਚੋਂ ਪੜ੍ਹ ਕੇ ਆਏ ਆ, ਉਹਨਾਂ ਨੂੰ ਅਸੀਂ 5,000 ਰੁਪਇਆ ਭੱਤਾ ਸਨਮਾਨ, ਉਹ ਅਸੀਂ ਇੱਕ ਇੱਕ ਨੂੰ 2-2 ਪਿੰਡ ਦੇਣੇ ਆ। ਪਹਿਲਾਂ ਅਸੀਂ ਉਹਨਾਂ ਨੂੰ ਹਾਇਰ ਕਰ ਲਿਆ, ਉਹਨਾਂ ਦੀਆਂ ਆਪ 8 ਦਿਨ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ। ਟ੍ਰੇਨਿੰਗ ਦਾ ਸੈਂਸ ਮੈਂ ਆਪ ਵੀ ਜਾਊਂਗਾ ਵੀ ਉਹਨਾਂ ਦੀਆਂ ਕੀ ਜ਼ਿੰਮੇਵਾਰੀਆਂ ਆ। ਪਰ ਮੈਂ ਦੇਖਿਆ ਉਹ ਬੱਚਿਆਂ ਨੂੰ ਅਸੀਂ ਜਦੋਂ ਸਿੱਖ ਮਿਸ਼ਨਰੀ ਕਾਲਜ ਚੋਂ ਭੇਜੇ 50 ਪਿੰਡਾਂ 'ਚ, ਉਹਨੇ ਬਹੁਤ ਵਧੀਆ ਕੰਮ ਕੀਤਾ। ਜਿਹੜੇ ਲੋਕ ਮਾਨਸਿਕਤਾ ਕਮਜ਼ੋਰ ਹੋਣ ਕਰਕੇ ਜਾਂ ਕਈ ਵਾਰੀ ਆਰਥਿਕ ਤੰਗੀ ਕਰਕੇ ਚਲੇ ਜਾਂਦੇ ਸੀ, ਉਹ ਸਾਰੇ ਮੋੜ ਕੇ ਲਿਆ। ਤੁਸੀਂ ਕਹਿ ਰਹੇ ਹੋ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਕਿ ਨਹੀਂ, ਲਾਲਚ ਦੇ ਕੇ ਜਾਂ ਫਿਰ ਕਿਸੇ ਦੇ ਕੋਈ ਗੁੰਮਰਾਹ ਕਰਕੇ? ਜ਼ਬਰਦਸਤੀ ਪਹਿਲਾਂ ਤਾਂ ਲਫ਼ਜ਼ ਹੀ ਜਿਹੜਾ ਆ, ਇਹ ਮੈਂ ਸਮਝਦਾ ਸਾਡੇ ਸਿੱਖਾਂ 'ਚ ਨਹੀਂਗਾ। ਨਹੀਂ, ਉਹ ਮਤਲਬ ਦੇਖੋ, ਪਤਾ ਕੀ ਚਰਚਾ, ਤੁਹਾਡੇ ਕੋਲ ਤਾਂ ਜ਼ਿਆਦਾ ਚੀਜ਼ਾਂ ਪਹੁੰਚਦੀਆਂ ਹੋਣਗੀਆਂ। ਚਰਚਾ ਇਹ ਕਿ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਮਹੀਨੇ ਦਾ ਕਹਿ ਦਿੱਤਾ ਜਾਂਦਾ ਕਿ ਇੰਨਾ ਪੈਸਾ ਮਿਲੇਗਾ, ਇਸ ਤਰੀਕੇ ਦੇ ਲਾਲਚ ਦੇ ਦਿੱਤਾ ਜਾਂਦਾ, ਜ਼ਬਰਦਸਤੀ ਨਾ ਕੋਈ ਲਾਲਚ ਹੁਣ ਕਹਿ ਲਓ। ਪਿੱਛੇ ਇੱਕ ਖਬਰ ਆਈ ਜਲੰਧਰ ਦੇ ਵਿੱਚ ਕਿ ਇੱਕ ਬੱਚੇ ਨੂੰ ਕੈਂਸਰ ਸੀਗਾ, ਉਹਨਾਂ ਨੂੰ ਕਿਹਾ ਜੀ ਮਰਿਆ ਵਾ ਜਿਉਂਦਾ ਕਰ ਦੇਣਗੇ, ਉੱਥੇ ਪਹੁੰਚ ਗਿਆ ਪਰਿਵਾਰ ਲੈ ਕੇ, ਉਹਨਾਂ ਤੋਂ 65,000 ਰੁਪਇਆ ਵੀ ਲੈ ਲਿਆ। ਐਸੀਆਂ ਚੀਜ਼ਾਂ ਵੀ ਸਾਹਮਣੇ ਆਉਂਦੀਆਂ। ਇਹ ਦੇਖੋ, ਇਹਨਾਂ ਗੱਲਾਂ ਦਾ ਹੀ ਅਸੀਂ ਟਕਰਾਅ, ਜਿਹੜੀ ਆ ਮੀਟਿੰਗ ਇਹਨਾਂ ਨਾਲ ਹੋਈ, ਇਸਾਂ ਗੱਲਾਂ ਦੀ ਹੋਈ, ਉਹਨੇ ਆਪ ਕੰਡੈਮ ਕੀਤਾ ਵੀ ਇਹ ਅਸੀਂ ਨਹੀਂ ਕਰ ਰਹੇ। ਇਹ ਕੋਈ ਨਕਲੀ ਜਿੱਦਾਂ ਆ ਕੇ ਬੰਦੇ ਵਿੱਚ ਆ ਵੜਦੇ ਆ, ਉਹ ਕਰ ਰਹੇ ਆ। ਮੈਂ ਤੁਹਾਡੇ ਹੋਰ ਵੀ ਧਿਆਨ 'ਚ ਲਿਆ ਦਿਆਂ, ਇਹ ਤਾਂ ਇੱਕ ਨੂੰ ਦਿੰਦੇ ਹੋਣਗੇ ਜੀ। ਤੇ ਤੁਸੀਂ ਮੇਰੇ ਕੋਲ ਆਪਣਾ ਰਿਕਾਰਡ ਦੇਖੋ ਸਾਡਾ, ਆ ਕੇ ਸਾਡੇ ਕੋਲ ਤਾਂ ਸੈਂਕੜੇ ਜਿਹੜੇ ਹੈਗੇ ਕੈਂਸਰ ਵਾਲੇ, ਜਿਨ੍ਹਾਂ ਨੂੰ ਅਸੀਂ ਕੋਈ 20,000 30,000 40,000 ਜਿਹੜੀ ਇਮਦਾਦ ਦਿੰਨੇ ਆ, ਅਸੀਂ ਉਹਨਾਂ ਨੂੰ, ਕਿਉਂਕਿ ਸਾਡਾ ਉਹ ਇੱਕ ਨੂੰ ਦੇ ਕੇ ਸਿਰਫ ਦਿਖਾਵਾ ਕਰਨਾ, ਤੁਹਾਡੀ ਉਹ ਚੀਜ਼ ਸਾਹਮਣੇ ਨਹੀਂ ਆਉਂਦੀ ਸਾਡੀ ਉਹ ਅਸੀਂ ਤੁਸੀਂ ਸਾਡਾ, ਕਿਉਂਕਿ ਸਿਸਟਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਤੇ ਬਹੁਤ ਸਾਰੇ ਆਉਂਦੇ ਆ। ਅਸੀਂ ਐਜੂਕੇਸ਼ਨ ਦੇ ਵਿੱਚ ਸਕਾਲਰਸ਼ਿਪ ਦਿੰਨੇ ਬੱਚਿਆਂ ਨੂੰ ਜਿਹੜੇ ਅੰਮ੍ਰਿਤਧਾਰੀ ਆ ਜੀ। ਅਸੀਂ ਐਜੂਕੇਸ਼ਨ ਦੇ ਵਿੱਚ ਉਹਨਾਂ ਦਾ ਟੈਸਟ ਲੈਨੇ, ਧਾਰਮਿਕ ਤੌਰ ਤੇ ਉਹਨਾਂ ਨੂੰ ਲੱਖਾਂ ਰੁਪਏ ਦਿੰਨੇ ਆ ਜੀ। ਇਦਾਂ ਹੀ ਕੈਂਸਰ ਵਾਲੇ ਸਾਰਿਆਂ ਨੂੰ ਤਾਂ ਨਹੀਂ, ਕਿਉਂਕਿ ਬਹੁਤ ਐਸਲੇ ਬਹੁਤਾਤ ਇਹ ਬਿਮਾਰੀ ਤੋਂ ਲੋਕ ਪੀੜਤ ਆ। ਕਈ ਵਾਰੀ ਕੋਈ ਬੰਦਾ ਕੋਈ ਸੱਟ ਚੋਟ ਲੱਗ ਜਾਂਦੀ ਆ ਜੀ, ਕਈ ਵਾਰੀ ਕਿਸੇ ਨੂੰ ਆਰਥਿਕ ਤੰਗੀ ਕਰਕੇ ਕਿਸੇ ਨੇ ਵਿਆਹ ਕਰਾਉਣਾ ਹੁੰਦਾ। ਅਸੀਂ ਤਾਂ ਪਿੱਛੇ 2 ਸਾਲ ਤੋਂ ਇਹ ਵੀ ਰੱਖੀ ਸੀ ਵੀ ਜਿਹੜੇ ਛੋਟੇ ਪਰਿਵਾਰ ਆ, ਉਹਨਾਂ ਦੇ ਜੇ ਕੋਈ ਬੰਦਾ ਮਰ ਜਾਂਦਾ ਆ ਪਰਿਵਾਰ ਦਾ, ਉਹ ਅਖੰਡ ਪਾਠ ਨਹੀਂ ਕਰਵਾ ਸਕਦੇ, ਉੱਥੇ ਅਸੀਂ ਕਰਦੀ ਰਹੀ। ਪਰ ਉਹਦੀ ਫਿਰ ਥੋੜੀ ਜਿਹੀ ਐਕਸਪਲੋਇਟੇਸ਼ਨ ਸ਼ੁਰੂ ਹੋ ਗਈ, ਮਤਲਬ ਮਿਸਯੂਜ਼ ਹੋ ਗਿਆ ਸ਼ੁਰੂ। ਸੋ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਤਾਨੇ ਮਲ ਜਿੰਨਾ ਚਾਹੀਦਾ ਕਰ ਰਹੇ ਉਹਨਾਂ, ਪਰ ਫਿਰ ਜਿੱਥੇ ਘਾਟ ਵਾਧ ਆ, ਤੁਹਾਡੇ ਵਰਗੇ ਸ਼ੁਭ ਚਿੰਤਕ ਦੱਸ ਦਿੰਦੇ ਆ, ਉੱਥੇ ਅਸੀਂ ਆਪਣਾ। ਚਲੋ ਮੈਂ ਇੱਕ ਆਖਰੀ ਸਵਾਲ, ਸਾਡੇ ਕੋਲ ਸਮਾਂ ਖਤਮ ਹੋ ਚੱਲਿਆ, ਜਿੱਥੋਂ ਮੇਰੇ ਸਹਿਯੋਗੀ ਨੇ ਸ਼ੁਰੂਆਤ ਕੀਤੀ ਸੀ। ਬਹੁਤ ਸਾਰੇ ਸਿੱਖਾਂ ਨੂੰ ਹਜੇ ਵੀ ਨਹੀਂ ਹਜ਼ਮ ਹੋ ਰਿਹਾ ਹੋਣਾ ਕਿ ਇੱਕ ਪਾਸੇ 84 ਆਪਰੇਸ਼ਨ ਬਲੂ ਸਟਾਰ, ਇੱਕ ਪਾਸੇ ਇਹ ਘਟਨਾਕ੍ਰਮ, ਕਿ ਜਿੱਥੇ ਇੱਕ ਸਿੱਖ ਸੰਸਥਾ ਤੋਂ ਜਿਹੜਾ ਕਾਰਜਭਾਰ ਆ ਇੱਕ ਨਵੀਂ ਸਿੱਖ ਸੰਸਥਾ ਦੇ ਕੋਲ ਚਲਾ ਗਿਆ, ਤੁਸੀਂ 84 ਨਾਲ ਕੰਪੇਅਰ ਕਰ ਦਿੱਤਾ ਉਹਨੂੰ। ਇਦਾਂ ਆ, ਜਿਹੜਾ 84 ਸੀਗਾ ਉਹ ਸੀਗਾ ਧਾਰਮਿਕ ਸਥਾਨਾਂ ਦੇ ਉੱਤੇ ਵੱਡਾ ਹਮਲਾ। ਤੁਸੀਂ ਚੇਤੇ ਹੋਣਾ ਤੁਹਾਨੂੰ ਕਿ ਜਦੋਂ ਬਲੂ ਸਟਾਰ ਤੋਂ ਬਾਅਦ ਅਕਾਲ ਤਖਤ ਦੀ ਤਮੀਰ ਕੀਤੀ ਨਿਹੰਗ ਮੁਖੀ ਸੰਤ ਬਾਬਾ ਸੰਤਾ ਸਿੰਘ ਨੇ, ਉਸ ਵੇਲੇ ਦੇ ਮੇਰਾ ਖਿਆਲ ਆਪਣੇ ਸੀਗੇ ਬੂਟਾ ਸਿੰਘ, ਇਹਨਾਂ ਦੇ ਵਜ਼ੀਰ ਸੀ, ਉਹਨੇ ਉਹ ਕਾਰ ਸੇਵਾ ਕਰਵਾਈ ਜੀ। ਉਹ ਤੋਂ ਬਾਅਦ ਸਿੱਖ ਪੰਥ ਨੇ ਇੱਟ ਢਾਈ ਉਹਦੀ, ਉਹ ਢਾ ਕੇ ਮੁੰਡੋਂ ਨੀਆਂ ਚੱਕ ਕੇ ਉਹਨੂੰ ਆਪਣੇ ਨਵੇਂ ਸਿਰੇ ਤੋਂ
ਜਿਹੜਾ ਉਹਨੂੰ ਆਪਣੇ ਮੁੜ ਕੇ ਨਵੇਂ ਸਿਰਿਓਂ ਬਣਾਇਆ, ਜਿਹੜਾ ਹੁਣ ਬਣਿਆ ਮੁੜ ਕੇ ਨਵੇਂ ਸਿਰਿਓਂ। ਇਹ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ, ਉਹਦੇ ਵੀ ਸਿੱਖ ਕੌਮ ਨੇ ਭਰਵਾਈ ਕਰ ਲਈ। ਪਰ ਇਹ ਹੁਣ ਅਸੀਂ ਸਮਝਦੇ ਹਾਂ ਵੀ ਅਸੀਂ ਤਾਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ ਸੀ, ਭਾਵੇਂ ਇਹਨਾਂ ਦੇ ਪ੍ਰਬੰਧ ਚ ਆਉਣੇ ਆ, ਪਰ ਉਹ ਪ੍ਰਬੰਧ ਦੇ ਵਿੱਚੋਂ ਕੱਟ ਕੇ ਪ੍ਰਬੰਧ ਦੇਣਾ ਸਾਡਾ ਇਸ ਗੱਲ ਕਰਕੇ ਅਸੀਂ ਹਮਲਾ ਕਹਿੰਦੇ ਆ। ਇਹ ਮਾਨਸਿਕ ਹਮਲਾ ਬਹੁਤ ਵੱਡਾ, ਇੱਕ ਸੋਚੀ ਸਮਝੀ ਸਾਜ਼ਿਸ਼ ਆ, ਸਿੱਖਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਆ। ਔਰ ਇਸ ਮੁਲਕ ਦੇ ਵਿੱਚ ਅੱਜ ਇਹ ਵੀ ਗਤੀਵਿਧੀਆਂ ਚੱਲ ਰਹੀਆਂ, ਵਨ ਨੇਸ਼ਨ ਵਨ ਲੈਂਗੁਏਜ ਐਂਡ ਅਦਰਸ, ਤੇ ਮੈਂ ਸਮਝਦਾ ਵੀ ਇਹ ਅਸੀਂ ਵੀ ਇਸ ਐਪਰੀਹੈਂਸ਼ਨ ਨੂੰ ਮਹਿਸੂਸ ਕਰਦੇ, ਇਹਨੂੰ ਤਾਂ ਹੀ ਵੱਡਾ ਹਮਲਾ ਕਹਿੰਦੇ ਆ ਕਿਉਂਕਿ ਇਹ ਸਿੱਖ ਗੁਰਦੁਆਰਾ ਐਕਟ ਦੀ ਰੂਹ ਦੇ ਉੱਤੇ ਸਿੱਧਾ ਹਮਲਾ ਆ। ਅੱਜ ਇਹ ਘਟਿਆ, ਕੱਲ ਨੂੰ ਕੋਈ ਹੋਰ ਘਟਾ ਦੇਣਗੇ। ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਇਹ ਕਰਨਾ ਚਾਹਣਾ ਹੈ, ਪਰਸਨਲੀ ਵੀ ਤੁਸੀਂ ਨਿੱਜੀ ਤੌਰ ਤੇ ਕੀ ਫੀਲ ਕਰਦੇ ਹੋ? ਕਿਸੇ ਇੱਕ ਸਰਕਾਰ ਦੀ ਗੱਲ ਨਹੀਂ ਕਰਦਾ, ਕੋਈ ਵੀ ਸਰਕਾਰ ਹੋਵੇ, ਸਰਕਾਰਾਂ ਕਦੇ ਨਹੀਂ ਇਹ ਚਾਹੁੰਦੀਆਂ ਕਿ ਸਾਡੇ ਪੈਰਲਲ ਕੋਈ ਬੋਡੀ ਖੜੀ ਹੋਵੇ, ਸਮਝਦੇ ਹੋ? ਦੇਖੋ, ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ, ਇਹ ਸਟੇਟ ਵਿਦਨ ਸਟੇਟ ਆ। ਸਾਡੇ ਕੋਲ ਲਗਭਗ 22,000 ਮੁਲਾਜ਼ਮ ਆ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਤੇ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਜੀ। ਉਹ ਤੋਂ ਇਲਾਵਾ ਅੱਜ ਦੀ ਡੇਟ 'ਚ 1.5 ਲੱਖ ਲਗਭਗ ਬੰਦਾ ਰੋਜ਼ ਸ੍ਰੀ ਦਰਬਾਰ ਸਾਹਿਬ 'ਚੋਂ ਲੰਗਰ ਛਕ ਕੇ ਜਾਂਦਾ। ਜਿਨ੍ਹਾਂ ਮੁਲਕਾਂ ਦੀਆਂ ਜਿੰਨੀਆਂ ਕੁ ਮੰਨ ਲਓ ਪਾਪੂਲੇਸ਼ਨ ਆ, ਉਦੋਂ ਵੱਧ ਤਾਂ ਉੱਥੇ ਫ੍ਰੀ ਲੰਗਰ ਹੀ ਗੁਰੂਦਾਰ ਤੋਂ ਛਕ ਕੇ ਚਲੇ ਜਾਂਦੇ। ਤੇ ਸਿੱਖਾਂ ਦੇ ਵਿੱਚ ਇੱਕ ਬੜੀ ਵੱਡੀ ਗੱਲ ਆ ਵੀ ਸਿੱਖ ਗੁਰਦੁਆਰੇ ਜਾਂਦਾ, ਕੋਈ ਲੰਘਣ ਦੀ ਪਾਬੰਦੀ ਨਹੀਂ। ਸਿੱਖ ਅੰਦਰ ਜਾ ਕੇ ਸੰਗਤ ਦਰਸ਼ਨ ਕਰਦਾ, ਕੋਈ ਪਾਬੰਦੀ ਨਹੀਂ ਜੀ। ਸਿੱਖ ਉੱਥੇ ਜਾ ਕੇ ਇਸ਼ਨਾਨ ਕਰਦਾ, ਕੋਈ ਪਾਬੰਦੀ ਨਹੀਂ। ਸਿੱਖ ਕੀਰਤਨ ਸੁਣਦਾ ਜਾਂ ਦੂਜੇ ਵੀ ਸੁਣਦੇ, ਕੋਈ ਪਾਬੰਦੀ ਨਹੀਂ। ਦੇਗ ਇੱਕੋ ਜਿਹੀ ਦਿੱਤੀ ਜਾਂਦੀ, ਕੋਈ ਪਾਬੰਦੀ ਨਹੀਂ। ਫਿਰ ਆਪਣੇ ਲੰਗਰ ਛਕਿਆ ਜਾਂਦਾ ਪੰਗਤ ਦੇ ਵਿੱਚ। ਇਹ ਵਿਲੱਖਣ ਜਿਹੀਆਂ ਜਿਹੜੀਆਂ ਲੀਹਾਂ ਗੁਰੂ ਸਾਹਿਬ ਨੇ ਸਾਨੂੰ ਪਾ ਕੇ ਦਿੱਤੀਆਂ, ਇਹ ਐਵੇਂ ਬਰਕਰਾਰ ਰਹਿਣੀਆਂ ਚਾਹੀਦੀਆਂ। ਪਰ ਕਈ ਵਾਰੀ ਬੰਦਾ ਮਹਿਸੂਸ ਕਰਦਾ ਈਰਖਾਬਾਜ਼ ਜਾਂ ਹੋਰ ਪੱਖ ਤੋਂ, ਤੇ ਅਸੀਂ ਚਾਹੁੰਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਆਬਜੈਕਟ ਨੂੰ ਲੈ ਕੇ ਚੱਲੀ ਸੀ, ਉਸ ਆਬਜੈਕਟ ਤੇ ਹੋਏ ਖੜੀ ਰਹੇ। ਚਲੋ ਠੀਕ ਹੈ, ਸਾਡੇ ਕੋਲ ਸਮਾਂ ਖਤਮ ਹੋ ਗਿਆ, ਪਰ ਫਿਰ ਵੀ ਮੈਂ ਇੱਕ ਲੱਗਦਾ ਕਿ ਮਿਸ ਨਾ ਹੋਵੇ ਮੁੱਦਾ। ਪਟਿਆਲਾ 'ਚ ਜੋ ਘਟਨਾਕ੍ਰਮ ਹੋਇਆ, ਉਸ ਨੂੰ ਐਸਜੀਪੀਸੀ ਕਿਵੇਂ ਦੇਖਦੀ ਹੈ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲਈ ਕੋਈ ਚਿੰਤਾ ਵਰਗੀ ਸਥਿਤੀ ਬਣ ਸਕਦੀ ਹੈ? ਦੇਖੋ, ਅਸੀਂ ਤਾਂ ਵਾਇਲੈਂਸ ਦੇ ਪਹਿਲਾਂ ਹੀ ਸ਼ੁਰੂ ਤੋਂ ਖਿਲਾਫ ਰਹੇ ਹਾਂ ਵੀ ਇਦਾਂ ਦੀਆਂ ਜਿਹੜੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਕੀ ਵਜ੍ਹਾ ਲੱਗਦੀ ਉਹਦੇ ਪਿੱਛੇ? ਕੀ ਇਹਦੇ ਪਿੱਛੇ ਮੈਂ ਸਮਝਦਾ ਵੀ ਪੰਜਾਬ ਦੇ ਮਾਹੌਲ ਨੂੰ ਫਿਰ ਮੁੜ ਕੇ ਇੱਕ ਵਾਰੀ ਭੇਟ ਚਰਾਉਣ ਦਾ ਯਤਨ ਸੀਗਾ, ਪਰ ਮੇਰਾ ਖਿਆਲ ਹੈ ਉਹ ਡਿਫਿਊਜ਼ ਕਰ ਕੋਈ ਖਾਲਿਸਤਾਨੀ ਤਾਕਤਾਂ ਨਜ਼ਰ ਆਉਂਦੀਆਂ ਜਿਨ੍ਹਾਂ ਦਾ ਜ਼ਿਕਰ ਹੁੰਦਾ ਕਿ ਵਿਦੇਸ਼ਾਂ 'ਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ। ਇਹਦੇ ਬਾਰੇ ਮੈਂ ਕਿਉਂਕਿ ਕਹਿ ਨਹੀਂ ਸਕਦਾ ਕੋਈ, ਕਿਉਂਕਿ ਮੈਂ ਆਪ ਤਾਂ ਇਨਵੈਸਟੀਗੇਟਿੰਗ ਏਜੰਸੀਆਂ ਨੇ, ਉਹਦੇ ਏਜੰਸੀਆਂ ਨੇ ਸਾਰੇ ਉਹਨਾਂ ਦੀਆਂ ਤਲਕ ਕੀਤੀਆਂ। ਆਪਣੇ ਜਿਹੜੇ ਖਾਲਿਸਤਾਨ ਦੇ ਨਾਅਰੇ ਲਿਖੇ ਜਾਂਦੇ ਆ, ਚਿੰਤਾ ਦਾ ਵਿਸ਼ਾ ਹੈ ਇਨਵੈਸਟੀਗੇਸ਼ਨ। ਅਸੀਂ ਤਾਂ ਦੇਖੋ, ਇਹ ਹਰ ਇੱਕ ਬੰਦੇ ਦੀ ਆਪਣੀ ਭਾਵਨਾ, ਕੁਝ ਮਨੁੱਖ ਇਹਨੂੰ ਆਪਣੇ ਭਾਵਨਾ ਦੇ ਨਾਲ ਹੋਰ ਢੰਗ ਨਾਲ ਦੇਖਦੇ ਆ, ਕਈ ਆਪਣੇ ਢੰਗ ਦੇ ਨਾਲ ਦੇਖਦੇ ਆ। ਹੁਣ ਉਹ ਕਿਸੇ ਦੀਆਂ ਭਾਵਨਾ ਨੂੰ ਤੁਸੀਂ ਕਿਸੇ ਪੱਖ ਨੂੰ ਆਪ ਤਾਂ ਉਹਦੀ ਤੁਸੀਂ ਕਰ ਨਹੀਂ ਸਕਦੇ। ਚਲੋ, ਧੰਨਵਾਦ ਜੀ, ਸਾਡੇ ਨਾਲ ਤੁਸੀਂ ਗੱਲਬਾਤ ਕੀਤੀ, ਸਮਾਂ ਕੱਢਿਆ। ਕਾਫੀ ਸਾਰੇ ਇਸ਼ੂ ਸੀਗੇ ਔਰ ਕਾਫੀ ਚੀਜ਼ਾਂ ਜਿਹੜੀਆਂ ਨੇ ਧਾਮੀ ਸਾਹਿਬ ਨੇ ਸਪਸ਼ਟ ਵੀ ਕੀਤੀਆਂ ਹੋਣੀਆਂ, ਚਾਹੇ ਟੈਕਨੀਕਲੀ, ਕਿਉਂਕਿ ਲਾਅ ਜਿਹੜਾ ਹੈ 1925 ਐਕਟ ਦਾ, ਜਿਸ ਦਾ ਜ਼ਿਕਰ ਇਹਨਾਂ ਨੇ ਕੀਤਾ ਹੈ ਕਿ ਉਸ ਦੇ ਵਿੱਚ ਕੇਂਦਰ ਸਰਕਾਰ ਤੇ ਕਰ ਸਕਦੀ ਹੈ, ਪਰ ਜੇ ਇੱਕ ਹਿੱਸਾ ਵੀ ਕੱਢ ਕੇ ਪਾਸੇ ਕਰਨਾ ਹੈ ਤਾਂ ਉਸ ਦੇ ਉੱਤੇ ਫਿਰ ਬੜੇ ਸਾਰੇ ਸਵਾਲ ਖੜੇ ਹੁੰਦੇ ਆ। ਸੋ ਅੱਜ ਦੀ ਇਸ ਖਾਸ ਗੱਲਬਾਤ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ, ਫਿਰ ਇੱਕ ਹੋਰ ਨਵੀਂ ਹਸਤੀ ਦੇ ਨਾਲ ਰੂਬਰੂ ਕਰਾਵਾਂਗੇ। ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।